ਤੁਸੀਂ ਇਹ ਸਭ ਸਟੇਟਮੈਂਟਸ ਦੇ ਕੇ ਕੀ ਪ੍ਰੂਵ ਕਰਨਾ ਚਾਹੁੰਦੇ ਹੋ? ਕਿਉਂਕਿ ਜਦੋਂ ਦੋਨੋਂ ਪਰਿਵਾਰ ਇਹ ਵੀਡੀਓਜ਼ ਦੇਖਦੇ ਹੋਣਗੇ, ਇੱਦਾਂ ਦੀਆਂ ਸਟੇਟਮੈਂਟਸ ਦੇਖਦੇ ਹੋਣਗੇ, ਤਾਂ ਉਹਨਾਂ ਨੂੰ ਹੋਰ ਵੀ ਬਹੁਤ ਜ਼ਿਆਦਾ ਰੋਣਾ ਆਉਂਦਾ ਹੋਊਗਾ। ਤੁਸੀਂ ਇਸ ਗੱਲ ਨੂੰ ਕਿਉਂ ਨਹੀਂ ਸੋਚਦੇ? ਉਹਨਾਂ 'ਤੇ ਕੀ ਬੀਤਦੀ ਹੋਊਗੀ ਉਸ ਟਾਈਮ। ਸੋ ਪਲੀਜ਼ ਇੱਦਾਂ ਆਪਦੀਆਂ ਮਨਕਰਟ ਸਟੇਟਮੈਂਟ ਨਾ ਦਿਓ, ਆਪਦੀ ਇਮੈਜੀਨੇਸ਼ਨ ਨਾ ਯੂਜ਼ ਕਰੋ, ਕਿਉਂਕਿ ਸੱਚਾਈ ਇੱਕ ਨਾ ਇੱਕ ਦਿਨ ਸਾਹਮਣੇ ਆਊਗੀ। ਤੇ ਮੈਂ ਇੱਕ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਦੇਖੀ ਸੀ ਜਿਹਦੇ ਵਿੱਚ ਇੱਕ ਐਡਵੋਕੇਟ ਕਹਿ ਰਿਹਾ ਸੀਗਾ ਕਿ ਹੁਣ ਤੱਕ ਬੇਅੰਤ ਕੌਰ ਦੇ ਘਰਦਿਆਂ ਨੂੰ ਕਿਉਂ ਨਹੀਂ ਅਰੈਸਟ ਕੀਤਾ ਗਿਆ। ਬਈ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਬੱਚੇ ਬਾਹਰ ਜਾਂਦੇ ਆ ਤਾਂ ਮਾਪਿਆਂ ਨੂੰ ਨਹੀਂ ਪਤਾ ਹੁੰਦਾ ਕਿ ਉੱਥੇ ਕੀ ਹੋ ਰਿਹਾ ਹੈ, ਤੇ ਨਾ ਹੀ ਉਹ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦਿੰਦੇ ਆ ਕਿ ਤੁਸੀਂ ਐਦਾਂ ਕਰੋ ਕਿਸੇ ਨਾਲ। ਸੋ ਆਈ ਹੋਪ ਸੋ ਕਿ ਤੁਸੀਂ ਸਮਝ ਗਏ ਹੋਵੋਗੇ। ਸੋ ਡੋਂਟ ਪੋਸਟ ਯੂਜ਼ਲੈਸ ਥਿੰਗਸ। ਕਿਸੇ ਦੀ ਸੁਣੀਆਂ ਸੁਣਾਈਆਂ ਗੱਲਾਂ ਪਤਾ ਨਹੀਂ ਆਪਣੇ ਦਿਲ ਵਿੱਚ ਦਰਦ ਕਿੰਨਾ ਛੁਪਾਇਆ ਹੋਣਾ, ਜਿਹਨੂੰ ਉਹਨੇ ਹਸਾਉਣ ਦੀ ਕੋਸ਼ਿਸ਼ ਕੀਤੀ, ਸ਼ਾਇਦ ਉਹਨੇ ਉਸ ਨੂੰ ਰਵਾਇਆ ਹੋਣਾ। ਮਰਨਾ ਇੰਨਾ ਸੌਖਾ ਨਹੀਂ, ਮਰਨ ਤੋਂ ਪਹਿਲਾਂ ਦਿਲ ਨੂੰ ਸਮਝਾਇਆ ਹੋਣਾ। ਜੇ ਅਸੀਂ ਉਸ ਦੇ ਨੇੜੇ ਤੇੜੇ ਹੁੰਦੇ ਤਾਂ ਜ਼ਰੂਰ ਕਹਿੰਦੇ ਕਿ ਇੰਜ ਹੌਸਲੇ ਨਹੀਂ ਹਰੀਂਦੇ, ਛੋਟੇ ਵੀਰ ਲਵਪ੍ਰੀਤ ਸਿਆਂ ਇੰਜ ਨਹੀਂ ਕਰੀਂਦੇ, ਇੰਜ ਨਹੀਂ ਕਰੀਂਦੇ, ਇੰਜ ਨਹੀਂ ਕਰੀਂਦੇ। ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਦਿਨੇਸ਼ ਸੂਰੀ। ਅੱਜ ਲਵਪ੍ਰੀਤ ਦੇ ਮਸਲੇ ਤੇ ਗੱਲ ਕਰਨੀ ਚਾਹੁੰਦੇ, ਕਿਉਂਕਿ ਸਾਰਾ ਦਿਨ ਇਹੀ ਨਿਊਜ਼ ਅਸੀਂ ਵੀ ਸਾਂਝੀ ਕਰਦੇ ਰਹੇ ਹਾਂ ਔਰ ਸਾਰੇ ਗੱਲਬਾਤ ਵੀ ਕਰਨਾ ਚਾਹੁੰਦੇ ਨੇ। ਮੈਂ ਸ਼ੁਕਰੀਆ ਕਰਨਾ ਚਾਹੁੰਦਾ ਜਿਹੜੇ ਜੁੜ ਰਹੇ ਨੇ। ਹਾਲਾਂਕਿ ਸਵਾਲ ਤੁਹਾਡੇ ਮਨਾਂ ਵਿੱਚ ਵੀ ਬੜੇ ਨੇ, ਸਵਾਲ ਲਵਪ੍ਰੀਤ ਦੇ ਮਨ ਵਿੱਚ ਵੀ ਬੜੇ ਸੀ। ਉਹਦੀ ਚੈਟ ਦੇਖ ਰਹੇ ਹਾਂ, ਚੈਟ ਪੜ੍ਹ ਰਹੇ ਹਾਂ, ਬੜੇ ਸਵਾਲ ਪੁੱਛਦਾ ਸੀ। ਉਹ ਪੈਸੇਜ ਬਣਾ ਕੇ ਭੇਜਦਾ ਸੀ, ਪਰ ਮੂਹਰਿਓਂ ਪੁਆਇੰਟ ਹੀ ਆਉਂਦਾ ਸੀ, ਯੈਸ, ਨੋ, ਥੰਬਸ ਅਪ, ਇਹੋ ਜਿਹੀਆਂ ਚੀਜ਼ਾਂ ਆਉਂਦੀ ਸੀ ਜਿਹੜੀਆਂ ਉਤੋਂ ਬਰਦਾਸ਼ਤ ਨਹੀਂ ਹੋਈਆਂ। ਬੜੇ ਸਵਾਲ ਪੁੱਛੇ ਉਸਨੇ, ਜਵਾਬ ਨਹੀਂ ਮਿਲੇ। ਹੁਣ ਲੋਕ ਜਵਾਬ ਦੇ ਰਹੇ ਨੇ ਜਿਨ੍ਹਾਂ ਤੋਂ ਸਵਾਲ ਪੁੱਛ ਰਿਹਾ ਸੀ, ਪਰ ਸਵਾਲ ਪੁੱਛਣ ਵਾਲਾ ਦੁਨੀਆ ਛੱਡ ਕੇ ਚਲਾ ਗਿਆ। ਇੱਕ ਇਹੋ ਜਿਹਾ ਚੂੜਾ ਹੈ ਜਿਹੜਾ ਭਾਰਤ ਵਿੱਚ ਪੈਂਦਾ ਤੇ ਕੈਨੇਡਾ 'ਚ ਏਅਰਪੋਰਟ ਦੇ ਉੱਤਰਦੇ ਚੂੜਾ ਲੈ ਜਾਂਦਾ। ਕਿਹੜੀ ਮਨਹੂਸ ਘੜੀ ਉਹ ਮਾਂ ਸੋਚਦੀ ਹੋਣੀ ਆ ਕਿ ਮੈਂ ਪਾਣੀ ਵਾਰ ਕੇ ਪੀਤਾ। ਇਹ ਪਾਣੀ ਨਾ ਵਾਰ ਕੇ ਪੀਂਦੀ ਤਾਂ ਸ਼ਾਇਦ ਕਾਲ ਜਿਹੜਾ ਮੇਰੇ ਮੁੰਡੇ ਨੂੰ ਖੋ ਕੇ ਨਾ ਲੈ ਜਾਂਦਾ। ਤਾਂ ਅੱਜ ਸਾਰਾ ਦਿਨ ਤਸਵੀਰਾਂ ਦੇਖੀਆਂ ਨੇ ਲਵਪ੍ਰੀਤ ਦੇ ਘਰ ਦੀਆਂ। ਮਨੀਸ਼ਾ ਗੁਲਾਟੀ ਜੀ ਵੀ ਉੱਥੇ ਪਹੁੰਚੇ ਸਨ ਔਰ ਬੜੀ ਛੋਟੀ ਜਿਹੀ ਉਮਰ ਵਿੱਚ ਇਉਂ ਲੱਗਦਾ ਕਿ ਜਿਵੇਂ ਲਵਪ੍ਰੀਤ ਦਾ ਮਨ ਭਰ ਗਿਆ ਦੁਨੀਆ ਤੋਂ। ਸੋਚਦਾ ਹੋਣਾ ਕਿ ਕੋਈ ਵੀ ਆਪਣਾ ਨਹੀਂ। ਕੈਨੇਡਾ ਵਾਲਿਆ ਲੋਕ ਉਹਨੂੰ ਕਹਿਣ ਲੱਗੇ ਸੀ। ਚੈਟ ਪੜ੍ਹੀ ਆ, ਚੈਟ ਵਿੱਚ ਉਹ ਕਹਿੰਦਾ ਕਿ ਲੋਕ ਮੈਨੂੰ ਕਹਿੰਦੇ ਨੇ ਕਿ ਤੇਰੀ ਘਰ ਵਾਲੀ ਉਹੋ ਜਿਹੀ ਨਹੀਂ ਰਹੀ। ਮਤਲਬ ਇਹੋ ਜਿਹੇ ਕਈ ਚੀਜ਼ਾਂ ਉਹਨੂੰ ਪਤਾ ਨਹੀਂ, ਕਿਉਂਕਿ ਤੁਹਾਨੂੰ ਪਤਾ ਸੋਸ਼ਲ ਮੀਡੀਆ ਬੜਾ ਤੇਜ਼ ਹੈ। ਕੱਲੀ ਕੱਲੀ ਖਬਰ ਨਾਲ ਦੇਖਾਉਂਦੀ ਹੈ। ਤੁਹਾਨੂੰ ਨਹੀਂ ਪਤਾ ਹੁੰਦਾ ਤੁਹਾਡਾ ਗੁਆਂਢੀ ਕੀ ਕਰਦਾ ਜਾਂ ਤੁਹਾਡੇ ਘਰ ਦਾ ਬੱਚਾ ਕੀ ਕਰਦਾ, ਲੇਕਿਨ ਉਹ ਸੋਸ਼ਲ ਮੀਡੀਆ ਤੇ ਚੀਜ਼ ਵਾਇਰਲ ਹੁੰਦੀ ਹੈ। ਹੁਣ ਬਾਰ-ਬਾਰ ਉਹਦੇ ਘਰਦਿਆਂ ਤੋਂ ਪੁੱਛਿਆ ਜਾਂਦਾ ਕਿ ਕੀ ਲਵਪ੍ਰੀਤ ਜਿਹੜਾ ਤੁਹਾਡੇ ਨਾਲ ਗੱਲ ਕਰਦਾ ਸੀ ਕਿ ਨਹੀਂ ਕਰਦਾ ਸੀ, ਪਤਾ ਲੱਗਿਆ ਕਿ ਉਹ ਡਿਪਰੈਸ ਹੈ ਜਾਂ ਨਹੀਂ ਹੈ। ਪਰ ਅਸੀਂ ਸੋਚਦੇ ਹਾਂ ਕਿ ਜਿਹਦੇ ਨਾਲ ਉਹਨੇ ਮਨ ਟਟੋਲਣ ਦੀ ਕੋਸ਼ਿਸ਼ ਕੀਤੀ, ਘਰਦਿਆਂ ਨੂੰ ਤਾਂ ਨਹੀਂ ਦੱਸਿਆ, ਹਾਲਾਂਕਿ ਜਿਨ੍ਹਾਂ ਦੇ ਨਾਲ ਉਹਨੇ ਮਨ ਟਟੋਲਣ ਦੀ ਕੋਸ਼ਿਸ਼ ਕੀਤੀ, ਉਹਦੀ ਲਾਈਫ ਪਾਰਟਨਰ, ਆਪਣੀ ਧਰਮ ਪਤਨੀ ਨਾਲ ਉਹਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਚਾਹਿਆ ਕਿ ਮਨ ਦੇ ਵਿਚਾਰ ਸਾਂਝੇ ਕਰਾਂ, ਪਰ ਉਸਨੇ ਉਸ ਨੂੰ ਜਵਾਬ ਨਹੀਂ ਦਿੱਤਾ। ਉਸਨੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ, ਜਿਵੇਂ ਕਹਿੰਦੇ ਹੁੰਦੇ ਨੇ ਕਿ ਪਰਾਂ ਤੇ ਪਾਣੀ ਨਹੀਂ ਪੈਣ ਦਿੱਤਾ। ਉਹਨੂੰ ਸ਼ਾਇਦ ਉਦੋਂ ਫਰਕ ਨਹੀਂ ਸੀ ਪੈ ਰਿਹਾ, ਸਮਝ ਨਹੀਂ ਉਹਨੂੰ ਵੀ ਹੋਣੀ ਕਿ ਕੀ ਜੋ ਕਹਿ ਰਿਹਾ ਬਿਲਕੁਲ ਉਸਨੂੰ ਸਿੱਧ ਕਰਕੇ ਹਟੇਗਾ। ਦੇਖੋ ਅਸੀਂ ਚੈਟ ਪੜ੍ਹਦੇ ਰਹੇ ਅੱਜ ਸਾਰਾ ਦਿਨ ਲਵਪ੍ਰੀਤ ਦੀ, ਬਾਰ-ਬਾਰ ਉਹ ਪੈਸੇਜ ਬਣਾ ਕੇ ਭੇਜਦਾ ਰਿਹਾ। ਹਾਲਾਂਕਿ ਕਈ ਲੋਕ ਕਹਿੰਦੇ ਨੇ ਕਿ ਕਾਨੂੰਨ ਇਹੀ ਆ ਕਿ ਬੇਅੰਤ ਕੌਰ ਦਾ ਪੱਖ ਵੀ ਸੁਣਨਾ ਚਾਹੀਦਾ, ਪਰ ਜਦ ਇੱਕ ਬੰਦਾ ਆਪਣੀ ਜਾਨ ਗਵਾ ਬੈਠੇ, ਜਦੋਂ ਕਿਸੇ ਦੀ ਜਾਨ ਚਲੀ ਜਾਵੇ ਤਾਂ ਸਿੰਪਥੀ ਜ਼ਰੂਰ ਉਸਦੇ ਨਾਲ ਤੇ ਉਸਦੇ ਪਰਿਵਾਰ ਨਾਲ ਹੁੰਦੀ ਹੈ। ਕਿਉਂਕਿ ਜਿਹੜਾ ਬੰਦਾ ਜਹਾਨੋਂ ਹੀ ਚਲਾ ਗਿਆ, ਜਿਹੜਾ ਬੰਦਾ ਇਸ ਦੁਨੀਆ ਤੇ ਰਿਹਾ ਹੀ ਨਹੀਂ, ਜਿਹੜਾ ਬੰਦੇ ਨੂੰ ਇੰਨਾ ਜ਼ਿਆਦਾ ਸਦਮਾ ਲੱਗ ਗਿਆ, ਜੇ ਹੁਣ ਵੀ ਉਸਦੇ ਨਾਲ ਹਮਦਰਦੀ ਨਹੀਂ ਕੀਤੀ ਤਾਂ ਫਿਰ ਕਦੋਂ ਕਰਾਂਗੇ? ਫਿਰ ਹੁਣ ਲਾਸ਼ ਨੇ ਤਾਂ ਬੋਲਣਾ ਨਹੀਂ ਆ। ਹਾਲਾਂਕਿ ਕਾਨੂੰਨ ਇਹੀ ਕਹਿੰਦਾ ਕਿ ਦੋਵੇਂ ਧਿਰਾਂ ਨੂੰ ਸੁਣਨਾ ਚਾਹੀਦਾ। ਬੇਅੰਤ ਕੌਰ ਆਪਣਾ ਪੱਖ ਰੱਖ ਰਹੀ ਹੈ, ਪਰ ਪਰਿਵਾਰ ਇਹੀ ਕਹਿ ਰਿਹਾ ਲਵਪ੍ਰੀਤ ਦਾ ਕਿ ਕਾਸ਼ ਇਹਨੇ ਉਹ ਪੱਖ ਜਾਂ ਆਪਣਾ ਜਿਹੜੀ ਲਵਪ੍ਰੀਤ ਨਾਲ ਉਹਦੀ ਚੈਟ ਹੋ ਰਹੀ ਸੀ ਉਦੋਂ ਸਾਡੇ ਨਾਲ ਸਾਂਝੀ ਕੀਤੀ ਹੁੰਦੀ ਤਾਂ ਅੱਜ ਕਹਾਣੀ ਕੁਝ ਹੋਰ ਹੁੰਦੀ। ਇਹ ਵੀ ਸੁਣਨ ਨੂੰ ਮਿਲ ਰਿਹਾ ਕਿ ਬੇਅੰਤ ਕੌਰ ਕਹਿ ਰਹੀ ਸੀ ਕਿ ਮੈਨੂੰ ਮੁੰਡਾ ਪਸੰਦ ਨਹੀਂ। ਮੁੰਡੇ ਦੇ ਪਰਿਵਾਰ ਵਾਲੇ ਕਹਿੰਦੇ ਨੇ ਕਿ ਜੇ ਮੁੰਡਾ ਪਸੰਦ ਨਹੀਂ ਸੀ ਤਾਂ ਸਾਨੂੰ ਦੱਸ ਦੇ, ਅਸੀਂ ਰਾਜੀਨਾਮਾ ਕਰਦੇ, ਰਾਜੀ ਬੰਦ ਕਰਦੇ। ਪਰ ਇਉਂ ਸਾਡੇ ਮੁੰਡੇ ਨੂੰ ਜ਼ਲੀਲ ਕਰਨਾ ਜਾਂ ਉਸਦੇ ਨਾਲ ਗੱਲ ਹੀ ਨਾ ਕਰਨਾ। ਸੁਣਨ ਵਿੱਚ ਇਹ ਵੀ ਹੈ ਕਿ ਕਈ
ਦੀ ਰਾਤ ਨੂੰ ਉਹ 4:45 ਵਜੇ ਤੋਂ ਲੈ ਕੇ 2 ਵਜੇ ਤੋਂ ਲੈ ਕੇ ਸ਼ਾਮ ਦੇ 4:45 ਵਜੇ ਤੱਕ ਕਾਲ ਕਰਦਾ ਰਿਹਾ, ਲੇਕਿਨ ਉਸਦੀ ਕਾਲ ਨਹੀਂ ਚੱਕੀ ਗਈ। ਫਿਰ ਉਸੇ ਆਪਣੇ ਫੁੱਫੜ ਨੂੰ ਕਾਲ ਕੀਤੀ, ਫੁੱਫੜ ਦੇ ਨਿਆਣਿਆਂ ਨੂੰ ਕਾਲ ਕੀਤੀ, ਉਹ ਵੀ ਬੇਅੰਤ ਕੌਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਲੇਕਿਨ ਬੇਅੰਤ ਕੌਰ ਨੇ ਕਿਸੇ ਨੂੰ ਵੀ ਰਿਪਲਾਈ ਨਹੀਂ ਕੀਤਾ। ਤਾਂ ਇਹੋ ਜਿਹੇ ਸਦਮੇ, ਕਿਉਂਕਿ 1.5-2 ਸਾਲ ਤੋਂ ਬੇਅੰਤ ਕੌਰ ਨਾਲ ਕੋਸ਼ਿਸ਼ ਕਰ ਰਿਹਾ ਸੀ ਲਵਪ੍ਰੀਤ, ਤਾਂ ਕਿ ਉਸ ਨੂੰ ਵਿਦੇਸ਼ ਲੈ ਕੇ ਜਾਇਆ ਜਾ ਸਕੇ। ਹਾਲਾਂਕਿ ਬੇਅੰਤ ਕੌਰ ਦਾ ਇਹ ਤਰਕ ਹੈ ਕਿ ਉੱਥੇ ਲੋਕਡਾਊਨ ਲੱਗਿਆ, ਫਲਾਈਟਾਂ ਬੰਦ ਨੇ, ਤਾਂ ਮੈਂ ਕਿਵੇਂ ਜਿਹੜੀ ਗੱਲਬਾਤ ਕਰਦੀ ਜਾਂ ਕਿਵੇਂ ਫਾਈਲ ਅਪਲਾਈ ਕਰਦੀ। ਪਰ ਉੱਥੇ ਦੂਜੇ ਪਾਸੇ ਵਾਲੇ ਇਹ ਤਰਕ ਦਿੰਦੇ ਨੇ ਕਿ ਜੇ ਲੋਕਡਾਊਨ ਲੱਗਿਆ ਸੀ, ਤੂੰ ਘਰ 'ਚ ਫ੍ਰੀ ਸੀ, ਤਾਂ ਐਟਲੀਸਟ ਗੱਲ ਤਾਂ ਕਰ ਸਕਦੀ ਸੀ। ਪਤੀ ਹੈ, ਕੋਈ ਬॉयਫ੍ਰੈਂਡ ਨਹੀਂ ਹੈ, ਪਤੀ ਹੈ, ਉਸਦੀ ਧਰਮ ਪਤਨੀ ਹੈ, ਤਾਂ ਕੀ ਉਹਦਾ ਹੱਕ ਨਹੀਂ? ਹੁਣ ਕਈ ਲੋਕ ਕੈਨੇਡਾ ਤੋਂ ਭੇਜ ਰਹੇ ਨੇ ਗੱਲਾਂ ਕਰ ਕਰਕੇ ਕਿ ਸਮਾਂ ਨਹੀਂ ਹੁੰਦਾ ਗੱਲ ਕਰਨ ਦਾ। ਫਿਰ ਕੀ ਹੋਇਆ ਜੇ ਕਿਸੇ ਨੇ ਫੋਟੋ ਖਿੱਚ ਵੀ ਲਈ, ਫੋਟੋ ਵਾਇਰਲ ਵੀ ਕਰ ਰਹੇ ਹੋ, ਤਾਂ ਫਿਰ ਕੀ ਹੋਇਆ? ਦੋਸਤ ਵੀ ਹੋ ਸਕਦਾ। ਤਾਂ ਉਹ ਇੱਕ ਚੀਜ਼ ਅਸੀਂ ਘੁਮਾ ਕੇ ਪੁੱਛਣਾ ਚਾਹੁੰਦੇ ਹਾਂ। ਮੰਨ ਲਓ ਲਵਪ੍ਰੀਤ ਕੈਨੇਡਾ 'ਚ ਹੁੰਦਾ, ਬੇਅੰਤ ਕੌਰ ਇੰਡੀਆ ਹੁੰਦੀ, ਲਵਪ੍ਰੀਤ ਕਿਸੇ ਜੈਨੂਅਨ ਉਹਦੀ ਕੋਈ ਫਰੈਂਡ ਹੁੰਦੀ, ਉਹਦੇ ਮੋਢੇ ਤੇ ਹੱਥ ਰੱਖ ਕੇ ਫੋਟੋ ਖਿਚਾ ਲੈਂਦਾ, ਤਾਂ ਕੀ ਫਿਰ ਵੀ ਲੋਕ ਇਹੀ ਕਹਿੰਦੇ ਨੇ ਕਿ ਜਸਟ ਫਰੈਂਡ ਹੈ, ਤਾਂ ਮੋਢੇ ਤੇ ਹੱਥ ਰੱਖਿਆ, ਫਿਰ ਕੀ ਹੋਇਆ? ਫਰੈਂਡ ਦੇ ਹੱਥ ਰੱਖ ਸਕਦਾ? ਨਹੀਂ। ਫਿਰ ਸਾਡੀ ਸਿੰਪਥੀ ਬੇਅੰਤ ਕੌਰ ਵੱਲ ਹੋਣੀ ਸੀ ਕਿ ਬੇਅੰਤ ਕੌਰ ਦੇ ਪਤੀ, ਜਿਹੜਾ ਪਤੀ ਹੈ, ਉਸਨੂੰ ਧੋਖਾ ਦੇ ਰਿਹਾ। ਲੇਕਿਨ ਹੁਣ ਉਹ ਮੁੰਡਾ ਜਹਾਨੋਂ ਚਲ ਵੀ ਗਿਆ, ਫਿਰ ਵੀ ਕਈ ਲੋਕ ਇਹੋ ਜਿਹੀਆਂ ਗੱਲਾਂ ਕਰ ਰਹੇ ਨੇ ਕਿ ਜਸਟ ਫਰੈਂਡ ਹੈ। ਕੀ ਤੁਹਾਨੂੰ ਲੱਗਦਾ ਕਿ ਕਿਸੇ ਦੀ ਜ਼ਿੰਦਗੀ 'ਚ ਕੋਈ ਆਇਆ ਨਾ ਹੋਵੇ ਤੇ ਉਹ ਆਪਣੇ ਪਾਸਟ ਨੂੰ ਇਗਨੋਰ ਕਰਨ ਲੱਗ ਪਏ? ਬੇਅੰਤ ਕੌਰ ਨੇ ਆਪਣੇ ਪਾਸਟ ਨੂੰ ਪਿੱਛੇ ਛੱਡਦਿਆਂ ਹੋਇਆਂ, ਜੋ ਹਾਲੇ ਤੱਕ ਪ੍ਰਤੀਤ ਹੋ ਰਿਹਾ, ਆਪਣਾ ਫਿਊਚਰ ਜ਼ਿਆਦਾ ਸੁਲੱਖਣਾ ਬਣਾਉਣ ਦੇ ਚੱਕਰ 'ਚ ਫਿਊਚਰ ਆਪਣਾ ਤਾਂ ਖਰਾਬ ਕੀਤਾ ਹੀ ਕੀਤਾ, ਪਰ ਆਪਣੇ ਪਤੀ ਦਾ ਫਿਊਚਰ ਜਿਹੜਾ ਜੜ ਤੋਂ ਹੀ ਖਤਮ ਕਰ ਦਿੱਤਾ। ਉਹ ਇੰਨੇ ਸਦਮੇ 'ਚ ਆ ਗਿਆ ਕਿ ਉਸਨੇ ਸੁਸਾਈਡ ਕਰ ਲਿਆ। ਹਾਲਾਂਕਿ ਬੇਅੰਤ ਕੌਰ ਦਾ ਪੱਖ ਜਿਹੜਾ ਆ ਮਨੀਸ਼ਾ ਗੁਲਾਟੀ ਜੀ ਨੇ ਸੁਣਿਆ, ਔਰ ਉਹਨਾਂ ਨੇ ਕਿਹਾ ਕਿ ਮੈਂ ਮਨੀਸ਼ਾ ਗੁਲਾਟੀ ਜੀ ਨੇ ਕਿਹਾ ਕਿ ਮੈਂ ਬੇਅੰਤ ਕੌਰ ਨੂੰ ਇਹ ਹਿੰਟ ਦੇ ਦਿੱਤਾ ਹੈ ਕਿ ਤੁਹਾਨੂੰ ਇੰਡੀਆ ਆਉਣਾ ਪਏਗਾ। ਕੈਨੇਡਾ ਦੀ ਗਵਰਨਮੈਂਟ ਨਾਲ ਉਹਨਾਂ ਦੀ ਕੋਰਸਪੋਂਡੈਂਸ ਚੱਲ ਰਹੀ ਹੈ, ਔਰ ਉਹਨਾਂ ਨੇ ਕਿਹਾ ਕਿ ਜਦੋਂ ਦੋਸ਼ ਸਿੱਧ ਹੁੰਦਾ ਤੁਰੰਤ ਬੇਅੰਤ ਕੌਰ ਨੂੰ ਇੰਡੀਆ ਜਿਹੜਾ ਸੱਦਿਆ ਜਾਏਗਾ। ਔਰ ਦੇਖੋ ਇਹ ਚੀਜ਼ਾਂ ਇੰਨੀ ਸਪਸ਼ਟ ਤੌਰ ਤੇ ਲਵਪ੍ਰੀਤ ਦਾ ਪਰਿਵਾਰ ਵੀ ਇਸ ਕਰਕੇ ਕਹਿ ਰਿਹਾ ਕਿਉਂਕਿ ਜਦੋਂ ਉਹਨਾਂ ਨੇ ਚੈਟ ਵਿੱਚ ਲਿਖਿਆ ਲਵਪ੍ਰੀਤ ਨੇ ਕਿ ਮੈਂ ਸੁਸਾਈਡ ਕਰ ਲਾਂਗਾ, ਜੋ ਸੁਣਨ ਚ ਆ ਰਿਹਾ ਉਹਨਾਂ ਦੇ ਚਾਚਾ ਜੀ ਦੇ ਥਰੂ, ਤਾਂ ਬੇਅੰਤ ਕੌਰ ਨੇ ਥੰਬਸ ਅਪ ਭੇਜਿਆ। ਇੰਨਾ ਬਿਜ਼ੀ ਤਾਂ ਨਹੀਂ ਕੋਈ ਹੁੰਦਾ ਕਿ ਤੁਹਾਡਾ ਪਤੀ, ਜਿਹਨੂੰ ਪਰਮੇਸ਼ਵਰ ਵੀ ਕਹਿੰਦੇ ਨੇ, ਪਤੀ ਪਰਮੇਸ਼ਵਰ ਕਹੇ ਕਿ ਮੈਂ ਸੁਸਾਈਡ ਕਰ ਲੈਣਾ ਤਾਂ ਤੁਸੀਂ ਥੰਬਸ ਅਪ ਭੇਜ ਦਿਓ। ਚਲੋ ਤੁਹਾਡੀ ਉਹਨਾਂ ਨਾਲ ਲੜਾਈ ਝਗੜਾ ਚੱਲ ਰਿਹਾ ਹੋਵੇਗਾ, ਉਹਦੇ ਚਾਚਾ ਜੀ ਦਾ ਕਹਿਣਾ ਕਿ ਐਟ ਲੀਸਟ ਉਹ ਪਰਿਵਾਰ ਨੂੰ ਸੁਨੇਹਾ ਤਾਂ ਘੱਲ ਸਕਦੀ ਸੀ, ਪਰਿਵਾਰ ਨੂੰ ਤਾਂ ਜਿਹੜਾ ਜਾਗਰੂਕ ਕਰ ਸਕਦੀ ਸੀ ਕਿ ਤੁਹਾਡਾ ਮੁੰਡਾ ਇਹੋ ਜਿਹੀਆਂ ਗੱਲਾਂ ਕਰਦਾ। ਨਹੀਂ, ਬੇਅੰਤ ਕੌਰ ਜੀ ਨੇ ਇਹ ਜਾਇਜ਼ ਨਹੀਂ ਸਮਝਿਆ, ਇੰਨੀ ਖੇਚਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਹਾਲਾਂਕਿ ਅਸੀਂ ਕਹਿਣਾ ਚਾਹੁੰਦੇ ਹਾਂ, ਇਹ ਪਲੀਜ਼ ਗੱਲ ਨੂੰ ਸੀਰੀਅਸਲੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਸਾਰੀਆਂ ਕੁੜੀਆਂ ਦੇ ਦੋਖੀ ਨਹੀਂ, ਲੇਕਿਨ ਇੱਥੇ ਬੇਅੰਤ ਕੌਰ ਸਾਨੂੰ ਬਿਲਕੁਲ ਅਸਹਿਜਤਾ ਮਹਿਸੂਸ ਨਹੀਂ ਹੋ ਰਹੀ। ਬੇਅੰਤ ਕੌਰ ਜਿਹੜੀ ਆ ਉਹ ਸਵਾਲਾਂ ਦੇ ਘੇਰੇ ਵਿੱਚ ਖੜੀ ਹੋ ਰਹੀ ਹੈ, ਕਟਖੜੇ ਵਿੱਚ ਖੜੀ ਹੋ ਰਹੀ ਹੈ, ਕਿਉਂਕਿ ਇੱਕ ਨੌਜਵਾਨ ਨੇ, 24 ਸਾਲ ਦੇ ਨੌਜਵਾਨ ਨੇ ਆਪਣੀ ਜਾਨ ਗਵਾ ਦਿੱਤੀ ਹੈ। ਉਸਦੇ ਪਿਤਾ ਨੂੰ ਰੋਂਦਾ ਵਿਲਕਦਾ ਦੇਖੋਗੇ ਤਾਂ ਮਨ ਪਸੀਚਿਆ ਜਾਂਦਾ ਹੈ। ਔਰ ਇੱਕ ਚੀਜ਼ ਮੈਂ ਹੋਰ ਸਪਸ਼ਟ ਕਰਨੀ ਚਾਹੁੰਦਾ ਕਿ ਜਦ ਅੱਜ ਲਵਪ੍ਰੀਤ ਦੇ ਘਰ ਮਨੀਸ਼ਾ ਗੁਲਾਟੀ ਜੀ ਪਹੁੰਚੇ ਨੇ ਤਾਂ ਉੱਥੇ ਨੌਜਵਾਨਾਂ ਜਿਵੇਂ ਹਜੂਮ ਆਇਆ, ਹੜ ਆਇਆ ਹੋਇਆ ਸੀ, ਜਿਨ੍ਹਾਂ ਨਾਲ ਇਹ ਧੋਖਾਧੜੀ ਹੋਈ ਹੈ। ਉਹ ਪ੍ਰਤੀਤ ਹੁੰਦਾ ਕਿ ਹਰ ਚੌਥੇ ਘਰ ਹੀ ਅੱਗ ਲੱਗੀ ਹੋਈ ਹੈ। ਔਰ ਜਦੋਂ ਕਿਸੇ ਦੀ ਮੌਤ ਆਵਾਮ ਨੂੰ ਜਗਾਉਣਾ ਸ਼ੁਰੂ ਕਰ ਦੇਵੇ ਔਰ ਜਿਹੜੇ ਉੱਚ ਅਧਿਕਾਰੀ ਨੇ ਉਹ PM ਤੱਕ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰਨ ਕਿ ਨਵਾਂ ਸੰਵਿਧਾਨ ਲੈ ਕੇ ਆਓ, ਸੰਸ਼ੋਧਨ ਕਰਨਾ ਪੈਣਾ, ਤਾਂ ਉਹ ਮੌਤ ਨਹੀਂ ਆ ਮੇਰੇ ਦੋਸਤ, ਉਹ ਕੁਰਬਾਨੀ ਵਿੱਚ ਗਿਣਿਆ ਜਾਏਗਾ। ਕਿਉਂਕਿ ਇੱਕ ਛੋਟੀ ਜਿਹੀ ਚਿੰਗਿਆਰੀ ਹੁਣ ਬਹੁਤ ਵੱਡੀ ਅੱਗ ਬਣਦੀ ਜਾ ਰਹੀ ਹੈ। ਇਹ ਧੂਆਂ, ਇਹ ਲਪਟਾਂ ਬਹੁਤ ਉੱਚੀਆਂ ਉੱਠ ਰਹੀਆਂ ਨੇ। ਹੁਣ ਸ਼ਾਇਦ ਉਮੀਦ ਹੈ ਕਿ ਕੋਈ ਸਖਤ ਕਾਨੂੰਨ ਬਣੇਗਾ, ਕਿਉਂਕਿ ਪਹਿਲਾਂ ਤਾਂ ਇਹ ਮਸਲੇ ਠੱਪ ਹੋ ਜਾਂਦੇ ਨੇ, ਕੋਈ ਸੁਣਦਾ ਨਹੀਂ। ਸ਼ਾਇਦ ਲਵਪ੍ਰੀਤ ਨੂੰ ਵੀ ਇਹੀ ਲੱਗਿਆ ਹੋਵੇਗਾ ਕਿ ਮੈਂ ਜੇ ਮੁੜ ਕੇ ਮੀਡੀਆ 'ਚ ਵੀ ਜਾਣਾ ਜਾਂ ਕਿਤੇ ਹੋਰ ਵੀ ਜਾਣਾ ਤਾਂ ਮੇਰੀ ਇਨਸਲਟ ਹੋ ਰਹੀ, ਕਿ ਬੱਚਾ ਸੀ, 24 ਸਾਲ ਦਾ ਬੱਚਾ ਸੀ। ਬੰਦੇ ਨੂੰ ਉਹੀ ਲੱਗਦਾ ਹੁੰਦਾ ਕਿ ਜਦ ਮੈਂ ਦੁਨੀਆ ਤੇ ਨਹੀਂ ਰਹਿਣਾ ਫਿਰ ਮੈਨੂੰ ਯਾਦ ਕਰੂੰਗੀ, ਔਰ ਗੱਲ ਵੀ ਉਹੀ ਹੋਈ ਹੈ। ਪਰ ਇਹ ਕੋਈ ਵੇ ਆਊਟ ਨਹੀਂ ਆ। ਲੇਕਿਨ ਫਿਰ ਤੋਂ ਉਸ ਦੀ ਜਿਹੜੀ ਮੌਤ ਹੈ, ਕੁਰਬਾਨੀ ਕਵਾਂਗੇ ਇੱਕ ਤਰ੍ਹਾਂ ਦੀ, ਉਹ ਅਜਾਈ ਨਹੀਂ ਜਾਣੀ ਚਾਹੀਦੀ। ਕੁਰਬਾਨੀ ਇਸ ਲਈ ਮੈਂ ਕਹਿ ਰਿਹਾ ਕਿਉਂਕਿ ਹਜ਼ਾਰਾਂ ਦਾ ਇਕੱਠ ਜਿਹੜਾ ਸੀ ਅੱਜ, ਨੌਜਵਾਨ ਜਿਹੜਾ ਲਵਪ੍ਰੀਤ ਹੈ ਜਿਹਦੀ ਡੈਥ ਹੋ ਚੁੱਕੀ ਹੈ, ਉਸਦੇ ਘਰ ਦੇ ਬਾਹਰ ਮੌਜੂਦ ਸੀ। ਹਰ ਇੱਕ ਨੂੰ ਆਸ ਸੀ,
ਹਰ ਕੋਈ ਇਹੀ ਕਹਿ ਰਿਹਾ ਸੀ ਕਿ ਮਨੀਸ਼ਾ ਗੁਲਾਟੀ ਜੀ ਜਿਹੜੇ ਨੇ, ਸਾਨੂੰ ਉਹਨਾਂ ਤੇ ਉਮੀਦ ਹੈ, ਇੱਕ ਆਸ ਹੈ, ਔਰ ਸਾਡੇ ਨਾਲ ਵੀ ਧੋਖਾਧੜੀ ਹੋਈ ਹੈ। ਕੋਈ 40 ਲੱਖ ਦੀ ਗੱਲ ਕਰ ਰਿਹਾ ਸੀ, ਕੋਈ 25 ਲੱਖ ਦੀ, ਕੋਈ 12 ਲੱਖ ਦੀ, ਕੋਈ 18 ਲੱਖ ਦੀ। ਤਾਂ ਇਹ ਨੇਰਗਰਦੀ ਜਿਹੜੀ ਚੱਲਦੀ ਵੀ ਹੈ ਪਿਛਲੇ ਲੰਬੇ ਸਮੇਂ ਤੋਂ, ਔਰ ਦੇਖੋ ਬੜਾ ਛੋਟਾ ਜਿਹਾ ਹਥਿਆਰ ਹੈ ਪਰ ਉਹਨੂੰ ਬੜਾ ਵੱਡਾ ਕਰਕੇ ਵਰਤਦੇ ਨੇ ਕਿ ਸਾਡੇ ਤੋਂ ਦਹੇਜ ਮੰਗਿਆ ਗਿਆ। ਜਿਹੜੇ ਪਰਿਵਾਰ ਨੇ ਫੀਸ ਭਰ ਦਿੱਤੀ ਹੈ, ਜਿਹੜਾ ਪਰਿਵਾਰ ਮੁੜ ਕੇ ਤੁਹਾਨੂੰ ਖਰਚੇ ਭੇਜ ਰਿਹਾ, ਉਹ ਪਰਿਵਾਰ ਤੁਹਾਡੇ ਤੋਂ ਡੌਰੀ ਮੰਗੇਗਾ, ਤੁਹਾਡੇ ਤੋਂ ਦਹੇਜ ਮੰਗੇਗਾ? ਇਹ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਮੈਂ ਦੋ ਕਮੈਂਟ ਵੀ ਲੈ ਲੈਣਾ। ਅਮਿਤ ਸਰਪੰਚ ਕਹਿ ਰਹੇ ਨੇ ਸੂਰੀ ਵੀਰ ਕੁੜੀ ਗਲਤ ਹੈ ਜਾਂ ਨਹੀਂ, ਇਹ ਨਹੀਂ ਕਹਿ ਸਕਦੇ, ਬਟ ਇੰਨਾ ਜ਼ਰੂਰ ਪਤਾ ਲੱਗ ਗਿਆ ਕਿ ਦੇਖੋ ਤੁਹਾਡੇ ਜਿਹੜਾ ਸ਼ਬਦ ਆ, ਮੈਂ ਭੱਦੀ ਸ਼ਬਦਾਵਲੀ ਨਹੀਂ ਵਰਤ ਸਕਦਾ ਕਿਉਂਕਿ ਹਲੇ ਜਿਵੇਂ ਮਨੀਸ਼ਾ ਜੀ ਨੇ ਕਿਹਾ ਹੈ ਕਿ ਹਲੇ ਪੂਰੀ ਚੀਜ਼ ਸਪਸ਼ਟ ਹੋਣੀ ਬਹੁਤ ਜ਼ਰੂਰੀ ਹੈ। ਕਾਨੂੰਨ ਉਹੀ ਹੈ ਕਿ ਹਰ ਇੱਕ ਦਾ ਪੱਖ ਜਿਹੜਾ ਉਹ ਲਿਆ ਜਾਵੇ। ਔਰ ਜੇ ਸੈਕਰੀਫਾਈਸ ਦੀ ਗੱਲ ਕਰਾਂ ਤਾਂ ਇੱਥੇ ਸਲੂਟ ਜੋ ਤੁਸੀਂ ਜਿਹੜਾ ਹੈ ਜ਼ਰੂਰ ਹੈ ਲਵਪ੍ਰੀਤ ਦੀ ਭੈਣ ਨੂੰ ਕਰੂੰਗੀ, ਕਿਉਂਕਿ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਉਹਨਾਂ ਤੱਕ ਗੱਲ ਪੜਦੀ ਕਰਦੇ ਆ। ਲਵਪ੍ਰੀਤ ਦੀ ਸਿਸਟਰ ਦੇ 6 ਬੈਂਡ ਆ ਚੁੱਕੇ ਸੀ, ਉਹਨਾਂ ਦੀ ਫਾਈਲ ਦੀ ਤਿਆਰੀ ਹੋ ਰਹੀ ਸੀ, ਪਰ ਉਹਨਾਂ ਦਿਨਾਂ 'ਚ ਪਤਾ ਚੱਲਦਾ ਹੈ ਕਿ ਲਵਪ੍ਰੀਤ ਨੂੰ ਰਿਸ਼ਤਾ ਆ ਗਿਆ। ਦੇਖੋ ਆਪਾਂ ਲਵਪ੍ਰੀਤ ਇਉਂ ਪ੍ਰਤੀਤ ਇਉਂ ਬੋਲ ਰਹੇ ਆ, ਇਉਂ ਮਹਿਸੂਸ ਹੁੰਦਾ ਕਿ ਜਿਵੇਂ ਸਾਡਾ ਆਪਣਾ ਬੱਚਾ, ਸਾਡੇ ਘਰ ਦਾ ਬੱਚਾ। ਬੜਾ ਮਾਸੂਮ ਜਿਹਾ ਚਿਹਰਾ ਹੈ, ਬੜਾ ਨਿੱਘੇ ਜਿਹੇ ਸੁਭਾਅ ਦਾ, ਕਹਿੰਦੇ ਮਾਲਕ ਹੈ, ਬੜਾ ਨਿਰਮਲ ਸੁਭਾਅ ਦਾ। ਉਹਦੇ ਫਾਦਰ ਕਹਿੰਦੇ ਕੱਦੂ ਉਹਨੇ ਆਪ ਕੀਤਾ, ਯੂਰੀਆ ਆਪ ਸੁੱਟਿਆ, ਸਾਰਾ ਖੇਤਾਂ ਵਿੱਚ ਸਾਰੀ ਮਿਹਨਤ ਆਪ ਕਰਦਾ ਸੀ, ਚੁੱਪਚਾਪ ਰਹਿੰਦਾ ਸੀ, ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲਾ ਬੱਚਾ। ਔਰ ਜਿਨ੍ਹਾਂ ਦਾ ਮਿੱਠਾ ਗਵਾਚ ਜਾਵੇ ਫਿਰ ਉਹਨਾਂ ਨੂੰ ਲੂਣ ਵੀ ਚੰਗਾ ਨਹੀਂ ਲੱਗਦਾ। ਤਾਂ ਔਰ ਜਦੋਂ ਕੋਈ ਲੂਣ ਹਰਾਮ ਕਰ ਦੇਵੇ ਫਿਰ ਤਾਂ ਲੂਣ ਜਮਾ ਹੀ ਚੰਗਾ ਨਹੀਂ ਲੱਗਣਾ। ਕੋਈ ਉਹੀ ਗੱਲ ਹੈ ਕਿ ਕਿਸੇ ਨੇ ਬਾਜ ਮਦਦ ਕਰਨ ਲੱਗੇ ਨੇ ਚੂਹਾ ਆਪਣੀ ਪਿੱਠ ਤੇ ਬਿਠਾ ਲਿਆ ਤੇ ਚੂਹੇ ਨੇ ਅਸਮਾਨ 'ਚ ਜਾ ਕੇ ਉਹਦੇ ਬਾਜ ਦੇ ਪਰ ਕੁਤਰਤੇ, ਤੇ ਉਹੀ ਗੱਲ ਕੀਤੀ ਹੈ। ਔਰ ਸਿਸਟਰ ਦਾ ਕਿੱਡਾ ਵੱਡਾ ਸੈਕਰੀਫਾਈਸ ਹੈ ਲਵਪ੍ਰੀਤ ਦੀ ਸਿਸਟਰ ਦਾ, ਕਿ ਉਹਨਾਂ ਨੇ ਜਦੋਂ ਪਤਾ ਚੱਲਿਆ ਕਿ ਭਰਾ ਨੂੰ ਰਿਸ਼ਤਾ ਆ ਰਿਹਾ ਹੈ, ਕੁੜੀ ਦੇ ਬੈਂਡ ਆਏ ਹੋਏ ਹੈ, ਇਹ 2 ਸਾਲ ਪਹਿਲਾਂ ਦੀ ਗੱਲ ਹੈ, ਤਾਂ ਕੁੜੀ ਮੰਗੀ ਗਈ ਬੇਅੰਤ ਕੌਰ ਲਵਪ੍ਰੀਤ ਨਾਲ। ਫੀਸ ਇਹਨਾਂ ਨੇ ਭਰੀ ਹੈ ਕਿਉਂਕਿ ਲਵਪ੍ਰੀਤ ਦੀ ਜਿਹੜੀ ਬੇਅੰਤ ਕੌਰ ਦੀ ਜਿਹੜੀ ਫੈਮਿਲੀ ਆ ਉਹ ਆੜਤੀਆਂ ਤੋਂ ਪੈਸੇ ਲੈ ਰਹੀ ਸੀ ਉਧਾਰ ਵਿਆਜੂ, ਤਾਂ ਇਹਨਾਂ ਨੇ ਉਹ ਸਾਰੀ ਫੀਸ ਭਰੀ ਆ। ਕੁੜੀ 1 ਸਾਲ ਮੰਗੀ ਰਹੀ, ਕੁੜੀ ਕੈਨੇਡਾ ਚਲੇ ਜਾਂਦੀ ਹੈ, ਫਿਰ ਕੈਨੇਡਾ ਤੋਂ ਵਾਪਸ ਆ ਕੇ ਵਿਆਹ ਕਰਾਉਂਦੀ ਹੈ। 10 ਦਿਨ ਲਵਪ੍ਰੀਤ ਦੇ ਨਾਲ ਰਹਿ ਕੇ ਜਾਂਦੀ। ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ, ਜਿਹੜੀਆਂ ਦੇਖਦੇ ਹੋਵੋਗੇ ਵੱਖ-ਵੱਖ ਸੋਸ਼ਲ ਮੀਡੀਆ ਤੇ, ਉਹ ਬਿਲਕੁਲ ਸੱਚ ਨੇ, ਕੋਈ ਕੰਟਰੈਕਟ ਮੈਰਿਜ ਨਹੀਂ ਸੀ। ਤਾਂ ਕਿੱਡੀ ਵੱਡੀ ਕੁਰਬਾਨੀ ਪਹਿਲਾਂ ਭੈਣ ਦੀ, ਕਿਉਂਕਿ ਭੈਣ ਕਹਿੰਦੀ ਸੀ ਕਿ ਮੇਰੇ ਭਰਾ ਨੂੰ ਸ਼ੌਂਕ ਬਹੁਤ ਸੀ ਵਿਦੇਸ਼ ਜਾਣ ਦਾ। ਤਾਂ ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ ਲਵਪ੍ਰੀਤ ਵੱਲੋਂ ਫੀਸ ਭਰ ਦਿਓ, ਮੈਂ ਇੱਥੇ ਰਹਿ ਲਾਂਗੀ, ਕੋਈ ਗੱਲ ਨਹੀਂ, ਲਵਪ੍ਰੀਤ ਦਾ ਸ਼ੌਂਕ ਪੂਰਾ ਹੋਣਾ ਚਾਹੀਦਾ। ਔਰ ਉਸ ਤੋਂ ਵੀ ਵੱਡੀ ਗੱਲ ਉਹਨਾਂ ਦੇ ਪਰਿਵਾਰ ਨੇ ਇਹ ਕਹੀ ਸੀ ਕਿ ਜੇ ਕੁੜੀ ਦਾ ਵੀਜ਼ਾ ਆਇਆ ਤਾਂ ਠੀਕ, ਨਹੀਂ ਤਾਂ ਕੁੜੀ ਨੂੰ ਅਸੀਂ ਅਪਣਾਵਾਂਗੇ। ਔਰ ਉਸ ਤੋਂ ਬਾਅਦ ਇਹ ਸੁਣਨ ਨੂੰ ਮਿਲਦਾ ਕਿ ਮੁੰਡਾ ਪਸੰਦ ਨਹੀਂ। ਹਾਂ, ਕੰਟਰੈਕਟ ਮੈਰਿਜ ਬੰਦ ਹੋਣੀ ਚਾਹੀਦੀ ਹੈ, ਹਰਸ਼ ਜਾਂਗੜਾ ਇਹ ਕਹਿ ਰਹੇ ਨੇ। ਐਕਚੁਅਲੀ ਮੈਨੂੰ ਵੀ ਇਹ ਚੀਜ਼ ਸੁਣਨ 'ਚ ਬਹੁਤ ਆਈ ਹੈ ਕਿ ਕੰਟਰੈਕਟ ਮੈਰਿਜ ਜਿਹੜੀ ਇਹ ਬੰਦ ਹੋਣੀ ਚਾਹੀਦੀ। ਔਰ ਨਾਲ ਦੀ ਨਾਲ ਮੈਂ ਇੰਨਾ ਵੀ ਜ਼ਰੂਰ ਕਹਿਣਾ ਚਾਹੁੰਦਾ ਕਿ ਜੇ ਤੁਹਾਨੂੰ ਲੱਗਦਾ ਆਪਣੇ ਏਰੀਏ ਵਿੱਚ, ਕਿਉਂਕਿ PB 32 ਨੂੰ ਤੁਸੀਂ ਪ੍ਰਮੁੱਖਤਾ ਦੇ ਤੌਰ ਤੇ ਦੇਖਦੇ ਹੋ, ਜੇ ਤੁਹਾਨੂੰ ਲੱਗਦਾ ਕਿ ਆਪਣੇ ਏਰੀਏ ਵਿੱਚ ਵੀ ਤੁਹਾਡੇ ਕਿਸੇ ਨਾਲ ਇਹੋ ਜਿਹੀ ਤਰਾਸ਼ਦੀ ਹੋਈ ਹੈ ਤਾਂ ਤੁਸੀਂ ਜ਼ਰੂਰ ਜਿਹੜਾ ਸੰਪਰਕ ਸਾਧ ਸਕਦੇ ਹੋ। ਮਨੀਸ਼ਾ ਗੁਲਾਟੀ ਜੀ ਨੇ ਕਿਹਾ ਕਿ ਇਨਵੈਸਟੀਗੇਸ਼ਨ ਡੀਪਲੀ ਹੋਵੇਗੀ ਔਰ ਜਸਟਿਸ ਮਿਲੇਗਾ। ਜਸਟਿਸ ਜਿਹੜਾ ਜ਼ਰੂਰ ਹੈ, ਇਨਸਾਫ ਜਿਹੜਾ ਜ਼ਰੂਰ ਹੈ ਉਹ ਮਿਲੇਗਾ। ਪੰਜਾਬ ਵਿੱਚ ਇਹੋ ਜਿਹੇ ਕੇਸਾਂ ਦੀ ਬਹੁਤ ਭਰਮਾਰ ਹੈ, ਬਹੁਤ ਜ਼ਿਆਦਾ ਭਰਮਾਰ ਹੈ। ਔਰ ਮਨੀਸ਼ਾ ਗੁਲਾਟੀ ਜੀ ਨੇ ਕਿਤੇ ਨਾ ਕਿਤੇ ਇਹ ਵੀ ਜ਼ਰੂਰ ਕਿਹਾ ਸੀਗਾ ਕਿ ਸਾਨੂੰ ਕੁਝ ਕਰਨਾ ਚਾਹੀਦਾ, ਸਾਨੂੰ ਪੰਜਾਬ ਨੂੰ ਸੋਹਣਾ ਬਣਾਉਣਾ ਚਾਹੀਦਾ। ਪਰ ਮੈਮ ਵਿਦ ਡਿਊ ਰਿਸਪੈਕਟ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਨੂੰ ਸੋਹਣਾ ਬਣਾਉਣਾ ਕਿਹਨਾਂ ਨੇ? ਇਹ ਕਿਸਾਨ ਨੇ। ਇਹਨਾਂ ਨੇ ਤਾਂ ਕੈਨੇਡਾ ਸੋਹਣੀ ਬਣਾਤੀ। ਉਹ ਦੇਸ਼ ਜਿੱਥੇ ਕੁਦਰਤੀ ਤੱਤ ਘੱਟ ਨੇ। ਪੰਜਾਬ ਦੇਖੋ, ਇੱਥੇ ਨਾ ਠੰਡ ਬਹੁਤ ਜ਼ਿਆਦਾ ਹੁੰਦੀ, ਨਾ ਬਹੁਤੀ ਜ਼ਿਆਦਾ ਗਰਮੀ ਹੁੰਦੀ ਆ। ਮਤਲਬ ਅਸੀਂ ਫੀਲ ਕਰਦੇ ਹਾਂ ਹੁੰਦੀ ਹੈ, ਬਟ ਐਜ਼ ਕੰਪੇਅਰ ਟੂ ਜੇ ਆਪਾਂ ਦੁਬਈ ਦੇਖੀਏ ਉੱਥੇ ਬਹੁਤ ਜ਼ਿਆਦਾ ਗਰਮੀ ਹੈ, ਜੇ ਯੂਰਪ ਦੇਖੀਏ ਠੰਡ ਬਹੁਤ ਹੈ। ਇੱਥੇ ਮੌਸਮ ਵਿਚਕਾਰ ਜਿਹਾ ਰਹਿੰਦਾ, ਨਾ ਜ਼ਿਆਦਾ ਠੰਡ ਨਾ ਜ਼ਿਆਦਾ ਗਰਮੀ। ਉਹ ਹੁੰਦੀ ਕਿਉਂ ਹੈ? ਜੇ ਠੰਡ ਜ਼ਿਆਦਾ ਹੁੰਦੀ ਹੈ ਬਰਦਾਸ਼ਤ ਨਹੀਂ ਹੁੰਦੀ ਬੋਡੀ ਤੋਂ, ਜਾਂ ਗਰਮੀ 'ਚ ਹੀਟ ਇੰਨੀ ਕਿਉਂ ਵੱਧ ਜਾਂਦੀ, ਉਹ ਤੇ ਇੱਕ ਸਪੈਸ਼ਲ ਐਪੀਸੋਡ ਬਣਾ ਦੂੰਗਾ ਕਿਉਂਕਿ ਮੈਂ ਉਹਦੀ ਵੀ ਪੂਰੀ ਰਿਸਰਚ ਕੀਤੀ ਸੀ। ਇਹ ਪਹਿਲਾਂ ਇਦਾਂ ਨਹੀਂ ਹੁੰਦਾ ਸੀ ਸਾਡੇ ਪੁਰਖਿਆਂ ਦੇ ਟਾਈਮ। ਇਹ ਜਦੋਂ ਤੋਂ ਐਟਮ ਬੰਬ ਦੇ ਇਹਨਾਂ ਨੇ ਨਿਰੀਖਣ ਕੀਤੇ ਆ, ਐਟਮ ਬੰਬ ਤੇ ਤਜਰਬੇ ਕਰਨੇ ਸ਼ੁਰੂ ਕੀਤੇ, ਉਦੋਂ ਐਟਮੋਸਫੇਅਰ ਖਰਾਬ ਹੋਇਆ। ਚਲੋ ਹਾਲਾਂਕਿ ਟੌਪਿਕ ਸਾਡਾ ਇਹ ਨਹੀਂ ਹੈ। ਮੇਰਾ ਕਹਿਣਾ ਇਹ ਹੈ ਕਿ ਜੇ ਪੰਜਾਬੀ ਜਿਨ੍ਹਾਂ ਥਾਵਾਂ ਤੇ ਲਾਈਫ ਵਸੋਂ ਨਹੀਂ ਹੋ ਸਕਦੀ ਸੀ, ਉੱਥੇ ਜਾ ਕੇ ਇਹਨਾਂ ਨੇ ਰਹਿਣ ਬਸੇਰੇ ਬਣਾ ਲਏ ਆ, ਕੈਨੇਡਾ ਵਰਗੇ, ਮੈਨੀਟੋਬਾ ਵਰਗੇ ਜਗ੍ਹਾ ਤੇ ਜਾ ਕੇ। ਔਰ ਦੁਬਈ ਦੇ ਜੋ ਤੁਸੀਂ ਦੁਬਈ ਦਾ ਜੇ ਮਿਊਜ਼ੀਅਮ ਦੇਖੋ 1922-23 ਵਿੱਚ ਬੜੇ ਬੁਰੇ ਹਾਲ ਸੀ। ਜੇ ਉਹਨਾਂ ਨੂੰ ਡਿਵੈਲਪ ਕਰ ਸਕਦੇ ਨੇ ਪੰਜਾਬੀ ਜਾ ਕੇ, ਤਾਂ ਭਾਰਤ ਨੂੰ ਕਿਉਂ ਨਹੀਂ ਕਰ ਸਕਦੇ?
ਲੇਕਿਨ ਸਰਕਾਰਾਂ ਸਾਥ ਨਹੀਂ ਦਿੰਦੀਆਂ। ਇਹ ਮਿਹਨਤ ਕਰਦੇ ਨੇ। ਮੈਂ ਇੱਕ ਜਗ੍ਹਾ ਹੋਰ ਵੀ ਪੜ੍ਹ ਰਿਹਾ ਸੀ ਕਿ 24,000 ਕਰੋੜ ਪੰਜਾਬ ਦਾ 24,000 ਕਰੋੜ ਪੰਜਾਬ ਦਾ ਹਰ ਸਾਲ ਵਿਦੇਸ਼ੀ ਕੰਟਰੀਆਂ ਵਿੱਚ ਜਾਂਦਾ ਹੈ ਜਦੋਂ ਅਸੀਂ ਸਟੱਡੀ ਵੀਜ਼ੇ ਤੇ ਜਾਂਦੇ ਹਾਂ, ਔਰ ਅਸੀਂ ਬਹੁਤ ਸਾਰਾ ਰੈਵਨਿਊ ਵਿਦੇਸ਼ੀ ਕੰਟਰੀਆਂ ਨੂੰ ਦੇ ਦਿੰਦੇ ਹਾਂ। ਪਰ ਕੀ ਕਰੀਏ, ਉੱਥੇ ਵੀ ਖੂਹ ਦੀ ਮਿੱਟੀ ਖੂਹ ਨੂੰ ਆ, ਲੇਕਿਨ ਇੱਥੇ ਤਾਂ ਮਹਿਸੂਸ ਇਹ ਹੁੰਦਾ ਕਿ ਜੇ ਮੈਂ ਕੋਈ ਬਿਜ਼ਨਸ ਖੋਲ ਲਿਆ ਉਹ ਠੱਪ ਹੋ ਜਾਣਾ, ਜਾਂ ਤਾਂ ਕੋਈ ਰੇਡ ਵੱਜ ਜਾਣੀ ਆ, ਜਾਂ ਨਾਲ ਦੇ ਨਹੀਂ ਜੀਣ ਦੇਣਾ। ਵੋਟਾਂ ਵੇਲੇ ਅਸੀਂ ਭੱਜੇ ਕੱਲੇ ਫਿਰਦੇ ਹਾਂ, ਇਸੇ ਕਰਕੇ ਭੱਜੇ ਫਿਰਦੇ ਹਾਂ ਕਿ ਆਪਣੇ ਗੁਆਂਢੀ ਤੇ ਪਰਚਾ ਕਰਾਉਣਾ। ਕੋਈ ਵੀ MLA ਹੋਵੇ, ਕੋਈ MC ਹੋਵੇ, ਕੁਛ ਹੋਵੇ, ਆ ਨਾਲ ਦਾ ਟੰਗਣਾ ਜੀ, ਆ ਨਾਲ ਦੇ ਨੂੰ ਅਕਲ ਦੇਣੀ ਆ ਮਾੜੀ ਜੀ। ਸਾਡਾ ਕਦੀ ਆਪ ਹੀ ਆਪਣਾ ਏਕਾ ਨਹੀਂ ਹੁੰਦਾ, ਕੋਈ ਵੀ ਫੀਲਡ ਹੋਵੇ, ਨਾ ਗੀਤਕਾਰੀ ਕਲਾਕਾਰੀ 'ਚ, ਨਾ ਪੱਤਰਕਾਰੀ 'ਚ, ਨਾ ਦੁਕਾਨਦਾਰਾਂ 'ਚ। ਆ ਪੱਤਰਕਾਰੀ 'ਚ ਵੀ ਮੈਂ ਹੁਣ ਇੱਥੇ ਵੀ ਮਤਲਬ ਕੁੱਤਾ ਵਾਰੀ ਚੱਲਦੀ ਆ, ਦੁਕਾਨਦਾਰਾਂ 'ਚ ਵੀ ਹੁੰਦਾ ਸੀ। ਆਪਾਂ ਨਵੇਂ ਸ਼ਹਿਰ 'ਚ ਵੀ ਦੇਖਿਆ ਕਿ ਮੇਰੀ ਦੁਕਾਨ ਖੁੱਲੀ ਆ ਬੰਦ ਆ, ਦੂਜੇ ਦੀ ਕਿਉਂ ਖੁੱਲੀ, ਉਹ ਤਾਂ ਸ਼ਟਰ ਕਿਉਂ ਚੱਕਿਆ। ਸਾਡੀ ਕਦੀ ਏਕਾ ਹੁੰਦਾ ਹੀ ਨਹੀਂ, ਅਸੀਂ ਦੂਜੇ ਨੂੰ ਥੱਲੇ ਲਾਉਣ ਨੂੰ ਬਹੁਤ ਛੇਤੀ ਭੱਜਦੇ ਹਾਂ। ਕਦੀ ਅਸੀਂ ਸੰਸਕਾਰਾਂ ਦੀ ਗੱਲ ਨਹੀਂ ਕਰਦੇ, ਕਦੀ ਅਸੀਂ ਸੰਵਿਧਾਨ ਦੀ ਗੱਲ ਨਹੀਂ ਕਰਦੇ ਕਿ ਉਹ ਸਾਰਿਆਂ ਲਈ ਸੇਮ ਹੋਣਾ। ਕਦੀ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਕਿ 1 by 1 ਜਿੰਨਾ ਮੇਰਾ ਹੱਕ ਹੈ ਉਨਾ ਹੀ ਦੂਜੇ ਦਾ ਹੱਕ ਹੈ। ਜੇ ਅਸੀਂ ਪ੍ਰੋਪਰ ਚੱਲੀਏ ਤਾਂ ਸਰਕਾਰਾਂ ਸਾਨੂੰ ਮੈਨੀਪੂਲੇਟ ਨਹੀਂ ਕਰ ਸਕਦੀਆਂ, ਅਸੀਂ ਮੈਨੀਪੂਲੇਟ ਹੁੰਨੇ ਆ ਤਾਂ ਸਰਕਾਰਾਂ ਕਰਦੀਆਂ ਨੇ। ਔਰ ਜਿਵੇਂ ਪਹਿਲਾਂ ਦੱਸਿਆ ਕਿ ਇਹ ਚੰਗੀ ਚੀਜ਼ ਹੈ, ਮਨੀਸ਼ਾ ਗੁਲਾਟੀ ਜੀ ਨੇ ਕਿਹਾ ਕਿ ਮੈਂ PM ਸਾਹਿਬ ਨੂੰ ਕਹਾਂਗੀ ਕਿ ਇਸ ਤੇ ਜ਼ਰੂਰ ਕੋਈ ਐਕਸ਼ਨ ਹੋਣਾ ਚਾਹੀਦਾ, ਸੰਵਿਧਾਨ 'ਚ ਇਹ ਚੀਜ਼ ਨਵੀਂ ਆਣੀ ਚਾਹੀਦੀ ਹੈ। ਔਰ ਇੱਕ ਚੀਜ਼ ਹੋਰ ਹੈ, ਜਿਹੜੀਆਂ ਕੁੜੀਆਂ ਦੇ ਜੇ ਮਨ ਵਿੱਚ ਹੋਰ ਵੀ ਕਿਸੇ ਦੇ, ਮੈਂ ਕਮੈਂਟ ਵੀ ਨਾਲ ਦੀ ਨਾਲ ਪੜ੍ਹ ਰਿਹਾ ਜੀ। ਵੀਰ ਜੀ ਗੋਡ ਤੁਹਾਨੂੰ ਹੋਰ ਵੀ ਵੱਧ ਤਰੱਕੀ ਦੇਵੇ। ਸ਼ੁਕਰੀਆ ਬਾਈ ਜੀ ਗੁਰਦੀਪ ਸੈਣੀ ਜੀ, ਰਿਕੇਸ਼ ਕੁਮਾਰ ਸਾਬੀ ਜੀ, ਇਹ ਮੇਰੇ ਭਰਾ ਹੀ ਨੇ, ਮੇਰੇ ਨਾਲ ਹੁੰਦੇ ਨੇ ਹਮੇਸ਼ਾ। ਇਹਨਾਂ ਨੂੰ ਕੁੱਲੂ ਤਮਾਮ ਕਹਿ ਕੇ ਮੈਂ ਛੇੜਦਾ ਹੁੰਦਾ, ਪਰ ਫਿਰ ਯਾਰ ਗੱਲ ਉਹੀ ਦਿਮਾਗ ਵਿੱਚ ਆਉਂਦੀ ਹੈ ਕਿ ਉਹ ਮਾਂ ਸੋਚਦੀ ਹੋਣੀ ਮੈਂ ਪਾਣੀ ਕਿਹੜੀ ਘੜੀ ਵਾਰ ਕੇ ਪੀਤਾ। ਔਰ ਜ਼ਰੂਰ ਦੇਖੋ, ਇੱਕ ਕਮੈਂਟ ਮੈਂ ਇੱਥੇ ਪੜ੍ਹ ਲੈਣਾ ਜੀ, ਆਇਆ ਸੀ ਕਿ ਆਪਣੇ ਨਵੇਂ ਸ਼ਹਿਰ ਤੋਂ ਹੀ ਇਦਾਂ ਦੇ ਕੇਸ ਕੱਢਣੇ ਹੋਣ ਤਾਂ ਬਹੁਤ ਨਿਕਲ ਆਉਣੇ, ਪਰ ਲੋਕ ਗੱਲ ਉਹੀ ਹੈ ਨਾ ਜੀ, ਲੋਕ ਬਦਨਾਮੀ ਤੋਂ ਡਰਦੇ ਨੇ। ਲਵਪ੍ਰੀਤ ਵੀ ਸ਼ਾਇਦ ਇਸੇ ਬਦਨਾਮੀ ਕਾਰਨ ਹੀ ਜਿਹੜਾ ਉਹ ਜਹਾਨ ਨੂੰ ਤਿਆਗ ਗਿਆ। ਬੜੀ ਛੋਟੀ ਜਿਹੀ ਉਮਰ ਹੈ, ਲੇਕਿਨ ਸ਼ਾਇਦ ਉਹਨੂੰ ਇਹ ਪ੍ਰਤੀਤ ਹੋਣ ਲੱਗ ਪਿਆ ਸੀਗਾ ਕਿ ਕੁਝ ਵੀ ਨਹੀਂ ਹੈ ਇੱਥੇ। ਮੈਂ ਜਿਹੜੇ ਸੁਣ ਰਹੇ ਨੇ, ਮੈਂ ਤਾਂ 1 ਸੈਕਿੰਡ ਦਾ ਪੌਜ਼ ਲਿਆ, ਮੈਂ ਉਹਨਾਂ ਨਾਲ ਗੱਲ ਕਰਨੀ ਚਾਹੁੰਦਾ ਕਿਉਂਕਿ ਤੁਹਾਡੀ ਮੇਰੀ ਜ਼ਿੰਦਗੀ 'ਚ ਬੜੇ ਇਦਾਂ ਦੇ ਕੌੜੇ ਮਿੱਠੇ ਤਜਰਬੇ ਹੋਏ ਹੋਣਗੇ। ਭਾਜੀ ਸਾਨੂੰ ਰਲ ਮਿਲ ਕੇ ਮੈਡਮ ਜੀ ਦਾ ਸਾਥ ਦੇਣਾ ਚਾਹੀਦਾ। ਬਿਲਕੁਲ ਜੀ, ਤੁਹਾਡੀ ਮੇਰੀ ਜ਼ਿੰਦਗੀ ਵਿੱਚ ਬੜੇ ਇਹੋ ਜਿਹੇ ਕੌੜੇ ਮਿੱਠੇ ਤਜਰਬੇ ਹੋਏ ਹੋਣਗੇ, ਚਾਹੇ ਉਹ ਮੇਲਸ ਨੇ ਚਾਹੇ ਫੀਮੇਲਸ ਨੇ। ਇੱਕ ਵਾਰ ਸਾਨੂੰ ਜ਼ਰੂਰ ਲੱਗਦਾ ਕਿ ਜ਼ਿੰਦਗੀ ਖਤਮ ਹੋ ਗਈ, ਪਰ ਅਸੀਂ ਫਿਰ ਨਵੀਂ ਸ਼ੁਰੂਆਤ ਕਰਦੇ ਹਾਂ ਤਾਂ ਪਾਸਟ ਨੂੰ ਭੁੱਲ ਜਾਂਦੇ ਹਾਂ। ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਸੱਚੇ ਹੁੰਦੇ ਨੇ, ਜਿਹੜੇ ਸੱਚੇ ਹੁੰਦੇ ਨੇ ਮਾਲਕ ਬਲੈਸ ਵੀ ਕਰਦਾ, ਮਾਲਕ ਤੁਹਾਨੂੰ ਰਾਹ ਦੇ ਕੇ ਤੋਰਦਾ ਵੀ ਹੈ। ਫਿਰ ਜਦੋਂ ਅਰਦਾਸ ਕਰਕੇ ਘਰੋਂ ਤੁਰਦੇ ਆ, ਸਹੀ ਪਿਆਰੇ ਮੇਲੀ ਜਿਨ੍ਹਾਂ ਮੇਲਿਆਂ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਦੋਂ ਇਹ ਘਰੋਂ ਕਹਿ ਕੇ ਤੁਰਦੇ ਆ ਨਾ ਕਿ ਪ੍ਰਮਾਤਮਾ ਉਹੀ ਮਲਾਈ ਜਿਹੜੇ ਸੱਚੇ ਹੋਣ, ਜਿਹੜੇ ਤੇਰਾ ਰਾਹ ਦਿਖਾਣ। ਕਿਉਂਕਿ ਇੱਕ ਨਾ ਇੱਕ ਦਿਨ ਅਸੀਂ ਜਿੰਨੀ ਮਰਜ਼ੀ ਮਿਹਨਤ ਕਰ ਲਈਏ ਜੀ, ਜਿੰਨਾ ਮਰਜ਼ੀ ਪੈਸਾ ਕਮਾ ਲਈਏ, ਅਸੀਂ ਇੱਕ ਨਾ ਇੱਕ ਦਿਨ ਛੱਡ ਕੇ ਸਭ ਕੁਝ ਜਾਣਾ। ਮੈਂ ਵੀ ਜਾਣਾ, ਜਿਹੜੇ ਦੇਖ ਰਹੇ ਨੇ ਇਹਨਾਂ ਨੇ ਵੀ ਜਾਣਾ, ਜਿਹੜੇ ਕਮੈਂਟ ਕਰਦੇ ਨੇ ਇਹਨਾਂ ਨੇ ਵੀ ਜਾਣਾ, ਜਿਹੜੇ ਮੈਨੂੰ ਦੇਖ ਕੇ ਜਲਦੇ ਨੇ ਇਹਨਾਂ ਨੇ ਵੀ ਜਾਣਾ। ਪਰ ਜਲਣਾ ਨਹੀਂ ਚਾਹੀਦਾ, ਈਰਖਾ ਨਹੀਂ ਹੋਣੀ ਚਾਹੀਦੀ। ਜਿਹੜੇ ਪਿਆਰ ਕਰਦੇ ਨੇ ਉਹਨਾਂ ਨੇ ਵੀ ਜਾਣਾ। ਸੱਜਣ ਵੀ ਨਹੀਂ ਰਹਿਣੇ, ਦੁਸ਼ਮਣ ਵੀ ਨਹੀਂ ਰਹਿਣੇ, ਮੀਤ ਵੀ ਨਹੀਂ ਰਹਿਣੇ, ਕੋਈ ਵੀ ਨਹੀਂ ਰਹਿਣਾ। ਪਰ ਇੱਕ ਮੈਂ ਚੀਜ਼ ਪੜ੍ਹੀ ਸੀ, ਕਹਿੰਦੇ ਕਿ ਅਸੀਂ ਆਪਣੇ ਮਾਤਾ ਪਿਤਾ ਤੋਂ ਸਭ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਾਂ, ਪ੍ਰਾਪਰਟੀ, ਪੈਸਾ, ਧਨ ਦੌਲਤ, ਸ਼ੋਹਰਤ, ਕਿਸ ਕਰਕੇ ਕਿ ਅਸੀਂ ਆਪਣੇ ਬੱਚਿਆਂ ਨੂੰ ਦੇ ਦਈਏ। ਫਿਰ ਉਹ ਸਾਡੇ ਤੋਂ ਸਾਰਾ ਕੁਝ ਖੋਹਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਅਸੀਂ ਮੋਰੇ ਆਪਣੇ ਬੱਚਿਆਂ ਨੂੰ ਦੇ ਦਈਏ। ਇਹ ਚੇਨ ਚੱਲਦੀ ਆ ਰਹੀ ਹੈ। ਬਾਬੇ ਨਾਨਕ ਨੇ ਤਾਂ ਹੀ ਸਮਝਾਇਆ ਸੀ ਕਿ ਬੈਲੈਂਸ, ਹੁਕਮੇ ਹੁਕਮ ਚਲਾਏ ਰਹੋ, ਨਾਨਕ ਵਿਕਸੇ ਬੇਪਰਵਾਹ। ਬੈਲੈਂਸ ਕਰਨਾ ਜੀ ਸਾਰਾ ਦਿਨ। ਜੇ ਤੁਹਾਡੇ ਮਨ 'ਚ ਕੋਈ ਦੁੱਖ ਦਰਦ ਵੀ ਹੁੰਦਾ ਉਹਨੂੰ ਬੈਲੈਂਸ ਕਰਨਾ। ਹਾਲਾਂਕਿ ਮੈਂ ਨਾਲ ਦੀ ਨਾਲ ਜਿਹੜੇ ਕਮੈਂਟਸ ਆ ਰਹੇ ਨੇ ਉਹਨਾਂ ਨੂੰ ਵੀ ਸਤਨਾਮ ਸਿੰਘ ਕਾਮਾ ਜੀ ਕਹਿ ਰਹੇ ਨੇ, ਜੋ ਭਾਜੀ ਤੁਸੀਂ ਕਿਹਾ ਮੈਂ ਉਹਨੂੰ ਆਪ ਤਾਂ ਨਹੀਂ ਬੋਲ ਸਕਦਾ, ਬਟ ਫਿਰ ਵੀ ਮੈਂ ਤੁਹਾਡਾ ਬਹੁਤ ਸ਼ੁਕਰੀਆ ਕਰਨਾ ਚਾਹੁੰਦਾ। ਗਲਤੀ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਬ్రో। ਬਿਲਕੁਲ ਸਹੀ ਗੱਲ ਹੈ ਜੀ, ਗਲਤੀ ਦੀ ਸਜ਼ਾ ਹੈ, ਬਣੀ ਵੀ ਹੋਈ ਹੈ ਔਰ ਮਿਲਣੀ ਵੀ ਚਾਹੀਦੀ ਹੈ। ਪਰ ਜਦੋਂ ਹੁਣ ਸੋਚਦੇ ਆ ਨਾ ਤਾਂ ਮਨ 'ਚ ਇੱਕ ਵਿਚਾਰ ਜ਼ਰੂਰ ਆਉਂਦਾ ਕਿ ਜੇ ਲਵਪ੍ਰੀਤ ਕਿਤੇ ਨਾ ਕਿਤੇ ਹੋਏਗਾ ਤਾਂ ਕੀ ਸੋਚ ਰਿਹਾ ਹੋਏਗਾ, ਕੀ ਹੋਵੇਗਾ ਉਹਦੇ ਮਨ 'ਚ। ਕੀ ਉਹ ਇਹ ਸੋਚ ਰਿਹਾ ਹੋਵੇਗਾ ਕਿ ਬੇਅੰਤ ਕੌਰ ਨੂੰ ਮਾਫ ਕਰ ਦਿਓ, ਕਿਉਂਕਿ ਕਿਤੇ ਨਾ ਕਿਤੇ ਮੋਟੂ ਵੀ ਲਿਖਿਆ ਸੀ ਮੈਸੇਜ, ਉਹਦੀ ਅਟੈਚਮੈਂਟ ਵੀ ਨਜ਼ਰ ਆ ਰਹੀ ਆ। ਪਰ ਕਿਤੇ ਨਾ ਕਿਤੇ ਜਦੋਂ ਉਹਦੇ ਪਿਤਾ ਦੀ ਗੱਲ ਸੁਣਦੇ ਆ, ਉਹ ਵੀ ਉਹਦੇ ਚਾਚੇ ਦੀ ਗੱਲ ਸੁਣਦੇ ਆ ਕਿ ਉਹਨਾਂ ਜਿਵੇਂ ਕੱਸੀ ਵਾਲਾ ਕਹਿੰਦੇ ਸਾਡਾ ਖੇਤ ਸੀ, ਉੱਥੇ ਉਹਦੀ ਲਾਸ਼ ਮਿਲੀ ਆ, ਨੀਲਾ ਹੋਇਆ ਪਿਆ ਸੀ। ਉਹ ਕਹਿੰਦੇ ਸਾਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਹ ਇੰਨਾ ਦੁਖੀ ਆ। ਫਿਰ 2 ਦਿਨ ਬਾਅਦ, ਉਹਦੀ ਡੈਥ ਤੋਂ 2 ਦਿਨ ਬਾਅਦ ਜਦ ਮੋਬਾਈਲ ਵਿੱਚ ਚੈਟਾਂ ਕੱਢੀਆਂ, ਮੋਬਾਈਲ ਚੈੱਕਆਊਟ ਕੀਤਾ, ਫਿਰ ਪਤਾ ਲੱਗਿਆ ਕਿ ਉਹ ਕਿੰਨਾ ਦਿਲ ਤੇ ਕਿੰਨਾ ਬੋਝ ਲਈ ਫਿਰਦਾ ਸੀ, ਕਿੰਨਾ ਦਰਦ ਸੀ ਉਹਦੇ ਅੰਦਰ। 24 ਸਾਲ ਦਾ ਨੌਜਵਾਨ ਗੱਭਰੂ, ਮਿੱਠਾ ਜਿਹਾ ਚਿਹਰੇ ਤੇ ਹਾਸਾ,
ਉਹ ਇਹ ਵੀ ਕਹਿੰਦੇ ਨੇ ਕਿ ਉਹਦੇ ਨਾਲ ਮਿਸਬਿਹੇਵ ਬਹੁਤ ਕੀਤਾ ਗਿਆ। ਜਿਹੜਾ ਦਰਦ ਉਹਨਾਂ ਦੇ ਚਾਚੇ ਦੇ ਦਿਲ 'ਚ ਸੀ, ਉਹ ਕਹਿੰਦੇ ਵੀ ਸਾਡੇ ਪੁੱਤਰ ਨਾਲ ਮਿਸਬਿਹੇਵ ਬਹੁਤ ਕੀਤਾ ਗਿਆ। ਅਸੀਂ ਚਾਹੁੰਦੇ ਹਾਂ ਕਿ ਡਿਪੋਰਟ ਹੋਵੇ, ਪਰ ਡਿਪੋਰਟ ਇਦਾਂ ਕਿਸੇ ਦੇ ਕਹੇ ਤੇ ਨਹੀਂ ਹੁੰਦਾ, ਕੈਨੇਡਾ ਦੇ ਆਪਣੇ ਕਾਨੂੰਨ ਨੇ। ਲੇਕਿਨ ਮਨੀਸ਼ਾ ਗੁਲਾਟੀ ਜੀ ਨੇ ਇਹ ਜ਼ਰੂਰ ਸਪਸ਼ਟ ਕੀਤਾ ਕਿ ਦ ਟਾਈਮ ਸ਼ੀ ਫਾਊਂਡ ਗਿਲਟੀ, ਜਦੋਂ ਉਹ ਗਿਲਟੀ ਫਾਊਂਡ ਹੋਏ ਨੇ, ਦੋਸ਼ ਸਿੱਧ ਹੋਏ ਨੇ, ਇਮੀਡੀਏਟਲੀ ਉਹ ਵਾਪਸ ਆਏਗੀ। ਕੈਨੇਡਾ ਨਾਲ ਜਿਹੜਾ ਕੋਰਸਪੋਂਡੈਂਸ ਚੱਲ ਰਿਹਾ ਗਵਰਨਮੈਂਟ ਨਾਲ, ਮੰਨਾ ਕਸ਼ਮ कह रहे ने दुश्मन मारे तो खुशी ना करिए, सज्जना भी मर जाना। बिल्कुल दुश्मन मरे तो दुश्मन है ही नहीं वैसे कोई मन्ना जी, अगर असीं समझिए। ये असीं वैसे बना लई है गल, कई वेले असीं भी आ जाईदा ईरखा च, बट उन्होंने फिर आपां कहीदा कि नहीं यार कंट्रोल करना, इत्थे रहना किने आ। मैं वैसे चलो हुण गल चल पई है सोनालिका ट्रैक्टर गढ़शंकर बोगा ब्रो, थैंक यू, तुसीं अज मेरा फोन चेंज कर दिता। मैं एक गल करनी चाहुंदा कि वैसे अपने मन में समझाने की गल है, क्योंकि मैं जेडे बाहर बैठे ने उन्होंने गल करता, मैं बाहर जा नहीं सकिया क्योंकि मैं इमोशनली बड़ा वीक हाँ। मैनू मेरी बचपन तो ही तमन्ना सी कि मैं अपने माँ प्यो नाल रहना है, क्योंकि दुबई रहिंदे सी, मैं इंडिया रहिंदा सी, मैं कभी जा ही नहीं सकिया। मैं खुद प्रेयर करता सी कि मेरा कैनेडा का वीज़ा ना आवे, क्योंकि मैं अपने माँ प्यो को रहना। मैं हुण उही गल करदा, जे इमोशनल अटैचमेंट की बाहर निकलना होवे, जिवें गुरबाणी वल पाठ करदे आ, ध्यान धरदे आ, जिहड़े साडे फर्स्ट क्लास च दोस्त सी, सुणियो जरूर जिहड़े हुण बैठे हुए ने। शायद तुहानूं कोई चंगी गल लगे, माड़ी लगी तो कॉमेंट कर दिओ, मैं अपने आप च सुधार लियाऊंगा। जो जिहड़े साडे फर्स्ट क्लास च दोस्त सीगे, वो सैकेंड च नहीं रहे, सैकेंड च थर्ड च नहीं रहे, 9वीं 10वीं च सी, जिहड़े +1 +2 च नहीं रहे, कॉलेज वाले कॉलेज जो ग्रैजुएशन की उदों नहीं रहे, पोस्ट ग्रैजुएशन वाले उदों नहीं रहे। सो ये समा चलता रहिंदा, पानी का बहाव है, जे पानी खड़ जाता तो वह भी हरियाली बन जाती है, दलदल बन जाती है। ये चलते रहना, मन नूं पक्किया करना पैना। पर एक चीज़ जरूर है, परिवार ही हमेशा साथ रहना। लवप्रीत दे कई दोस्त होणगे, कई यार होणगे, बेअंत कौर भी है, लेकिन लोग अफसोस करन उसके माता पिता को आ रहे, उसके चाचे को आ रहे। तां परिवार हमेशा साथ है ना। बजुर्गों ने, पुरखियां ने जिहड़ी रीत बनाई है परिवार की, जानवर देख लो उन्होंने तो परिवार, हालांकि सानू समझ नहीं लगती, जाओ जिवें पक्षी आ छड्ड दिंदे ने, खुले आसमान च उड़दे ने, लेकिन परिवार हमेशा तुहाडे नाल खड़दा है। पिता बेशक गुस्से होया होवे, लेकिन तुहाडे ते खरोच भी आंदी। सब तो पहला वो अपने बटूए चों पैसे ऐ कट के खिलार दिंदा कि मेरे पुੱਤ ਨੂੰ कुछ नहीं होना चाहिए, मेरी धी ਨੂੰ कुछ नहीं होना चाहिए, ਇਹਦੇ ਤੇ खरोच नहीं आनी चाहिए। ਤਾਂ ਸਾਡਾ भी फर्ज बनता। मैं ये चीज़ तां कह रहा ताकि कोई गलत स्टैप ना चके। लवप्रीत अज बेशक जहानों चला गया, चढ़ाई कर गया बेशक वो, लेकिन अज जब उपर बैठा बेअंत कौर की चैट छड्ड के अपने पिता का मूँह देखता होगा, अपनी माँ का मूँह देखता होगा, तो एक बार तो जरूर सोचता हो कि यार मैं गलत स्टैप ले लिया। मैनू इन्नी काली नहीं सी करनी चाहिए, मैनू अपने प्यो बारे सोचना चाहिए, क्योंकि देखो ये साडा समाज है। हुण उसका प्यो तो जरूर सोचता होना कि मेरी जिंदगी भी खत्म होगी। लवप्रीत कल्ला खत्म नहीं होया, नाल दी नाल उहदे पे दे दिल ते जिहड़ी सट है ना, वो समझण वाली गल है। वो अखां 'च जिहड़ा दर्द है, वो हंझू नहीं गिरदे, वो लहू गिर रहा है। उहदी माँ जिहड़ी है, अज नहीं, अज कट्ठ है घर च, अज मीडिया पहुंचा है, मनीषा गुलाटी जी आए ने, अज पूरी फैमिली है, सारे रिश्तेदार ने, अज सेक है लेकिन महसूस नहीं हो रहा। लेकिन दिनों दिन ये सेक होर वधदा जाना। इसलिए मैं बेनती कर रहा, जिहड़े छोटे वीर भैन भरा घर ने, तुसीं कदी इहो जी कोई अणगहली नहीं करनी, क्योंकि जिंदगी जिंदाबाद है। मेला ही देखण आए हैं, मेला देख के सब ने चले जाना, पर अपने आप जो तुसीं जीवन लीला समाप्त करदे हो, इस तो वड्डा पाप होर कोई नहीं, इस तो वड्डा होर कोई पाप नहीं है। और पाप तुसीं कर जांदे हो, भुगतना तुहाडे परिवार नूं पैंदा। मेरी ये बेनती है, मैं किसी कोई ये भी ना कहे कि यार ये प्रवचन दे रहा, लेकिन मैनू दुख बहुत हो रहा। जब भी मैं लवप्रीत की तस्वीर देखदा, चीज जरूर आउंदी है, वो प्रतीत हुंदा कि साडा अपना ही सी, कोई साडा अपना ही वीर भैन भरा जिहड़ा विछड़ गया। +2 कीती है बच्चे ने, शौक बड़ा है। शौक किवें पै गया? क्योंकि सरकारां ने कुछ नहीं कीता। तुसीं कॉमेंट लिखते रहो, कोई अपने एरिए च है तो जरूर दसदे रहो। गुरदीप सैनी कह रहे हैं कि मैं तुहाडे विचार बहुत गौर नाल सुनदा हाँ, वाहिगुरू तुहानूं लंबी उम्र देवे। पहला मैं भी नहीं सी मंगदा जी लंबी उम्र, लेकिन हुण जीना चाहुंदे आ, समाज नूं कुछ देना चाहुंदे आ, क्योंकि जिहड़े विचार तुहाडे वर्गे सज्जण दिंदे ने वो अगे पहुंचाउणा चाहुंदे आ। क्योंकि जदों तुसीं किसी होर नूं खुशी दिंदे हो ना, उस तों वड्डा सकून होर कोई नहीं है। जदों तुहाडी वजह नाल कोई किसी की अखां च हंझू की जगह समाइल आ जाती है ना, किते फील करके देखियो, इउं लगदा कि सिखड़ दुपहरा ते हवा का बुल्ला सिर्फ तुहाडे लई रब ने भेजिया कि लै पुत्त नज़ारे लै।
मैं तेनू सिद्धा कि नहीं मिल सकता, गलवकड़ी सीधी नहीं पा सकता, हवा दे बुल्ले अकाल पुरख खुद आए नहीं। मन्ना कश्यप कह रहे हैं कि फादर चाहे कमाउण ला दिंदा बट फिर भी किते जाना होवे तो कहंदा फिर भी आ कि पैसे हैगे। बिल्कुल मन्ना जी, देखो किड्डी वड्डी गल है यार। प्यो सही गल, मैं एक छोटी जी गल करदा जी, प्यो हुण पिता की गल चल पई, हालांकि शुरू लवप्रीत तो होई है पर हुण अपने अपने पिता की गल चल पई। आपां कदी किते बहने आ, कोई साडा मान लो कॉफी का ऑर्डर दे दिंदा कॉलेज विच, साडियां यारियां कित्थों शुरू होंदियां, यार उन्हें मैनूं उत्थे कॉफी पिलाई सी, मैनूं डिनर कराया सी, यार उन्हें मेरी बस का किराया लाता, यार उन्हें मेरा रीचार्ज करा के पैसे नहीं ले। साडा प्यो साडी मां साडे जम्मण तो पहले ही साडे पता नहीं किन्ने रीचार्ज करा चुके ने, साडे लई दुआवां किन्नियां मंग चुके ने, वो कदी सोचते ही नहीं। पता नहीं किन्ने बस के किराए साडे प्यो ने देते, पता नहीं किन्नी चाह सानू पिलाती, पता नहीं किन्ने कपड़े लैते सानू। साडा कोई एक दोस्त टी शर्ट गिफ्ट कर दे ना तो कहने यार ये मेरा खास दोस्त है, मेरे जन्मदिन मैंने टी शर्ट दी सी, लेकिन प्यो ने पता नहीं किन्नी अणगिनत टी शर्टां लै दी। जरूर माफ करना जी मैं किसी होर ट्रैक पर चला गया होवां, पर जरूर यार जे किसी के कोई गुस्से गिले है अपने खास करके माता पिता ना, तो जरूर उन्होंने दूर करियो यार। जिंदगी बहुत छोटी है, जिन्नी सोचते हैं उस तो किते ज्यादा छोटी है। पर एक नवा सवाल होर निकल के सामने आया जी अज, उत्थे मैं किसी नूं ट्रोल तो नहीं करना चाहता, खुड्डी के पिंड है मेरे ख्याल बेअंत कौर दा, उत्थे एक कोई होर सरदार वीर आया सी, वो कहंदा कि बेअंत कौर दे चाचे तायां दी कुड़ी है पता नहीं रिश्तेदारी च, मेरे नाल भाई वो भी ठगी मार गई 35-40 लाख दी, ते वो भी मैनूं कहंदी सी तैनूं कनेडा सद्दूंगी, सद्दिया उन्हें भी नहीं मैनूं। तो ये हो की रहा जी। लेकिन एक चीज मैं होर जरूर शेयर करनी चाहना, बड़ी स्ट्रोंगली अंदरों आ रही है, जिवें मनीषा गुलाटी काम कर रही, हालांकि मैं उन्होंने बहुत लंबे समय तो फॉलो नहीं कर रहा, थोड़े दिनों तो कर रहे, जिद्दां वो दबका मार दे ना, सही दबका, जे इदा साडे नुमाइंदे असली काम करन लग पैण, हक सच का काम करन लग पैण, और जिहड़े सरकारी मुलाजम ने इन्हां नूं खुला छड्ड देण हदायत दे के कि तुसीं संविधान के मुताबिक चलना, हक सच के फैसले कराने आ, तो कोई भी दुखी नहीं होएगा, कोई दुखी हो ही नहीं सकता। इत्थे तो ये हालात ने कि मान लो किसी ने किसी तो 50,000 की रिश्वत मंगी, सिफारिश पवा के रिश्वत 25 रह जाएगी, लेकिन रिश्वत फिर भी देनी पेगी, तो तुसीं की भालदे हो, ये कदों जिहड़ी तरक्की होएगी, एक क्रिमिनल एक्टिविटीज कदों खत्म होणगीਆਂ। और बाद विच जदों कोई अपनी जान गवा दिंदा, बड़ा सौखा जिहा तरीका है, जा कह दो जी कि ये दहेज मंगदे सी, जा कह दो जी पंजाब तो चिट्टा भरिया, ये चिट्टा पी के मर गए, नक चों खून तां आया क्योंकि इन्हें चिट्टा पीता सी। पोस्ट कर दी वीर, ये लाइव बाई जी पोस्ट करते हैं, कदों नहीं करते तुसीं दसो। तरसेम सिंह कह रहे हैं वेरी नाइस, थांदी बलवीर जी कहते हैं बहुत वड्डमुल्ले विचारन वीर जी। बाई जी थोड़े वर्गे भरावां दे सहयोग नाल हुण तुसीं प्लीज़ कुछ अपने कॉमेंट्स रखना चाहो तो जरूर, और नवें शहर विच अगर तुहानूं लगदा कि किसी नाल इह तराशदी होई है, इह धक्का होया, ये धोखाधड़ी हुई है, तो जरूर तुसीं कॉमेंट कर सकते हो, तुसीं फोन ते कॉल कर सकते हो, असीं जरूर कोशिश करांगे कि तुहाडा सहयोग किया जाए, गलत की सज़ा जरूर मिलनी चाहिए। मोहन लाल कह रहे हैं, राकेश कुमार साबी, अमित सरपंच के कॉमेंट आ रहे हैं, हर्ष जांगड़ा कह रहे हैं भाजी पहला, हर्ष जांगड़ा जी का कॉमेंट थले चला गया, भाजी इत्ते पैसे ही पास आ सिस्टम की। बिल्कुल जी, देखो पैसा एडा वड्डा हो गया, और पता भी है सबनों कि इत्थे मतलब गुरु नानक पातशाह की गल कि कोई सूई भी नहीं लैके जा सकता, सिर का बाल भी नहीं नाल जाना, पर पैसा बहुत वड्डा हो गया। और कर किदे लई रहे हैं कि पोते पोतियां लई कमा लईए, इन्हां नूं लोड़ ना पवे, ये कहण कि साडे दादे ने साडे लई ओह कीता, साडे प्यो ने कीता, पर हू केयर्स, कौन याद रखदा। मैं इन्ना तुहानूं ज्ञान देण दी कोशिश करदा, मैनूं खुद नहीं याद हुंदा मेरे परदादे दा नां की है, किते चेता भी आ जाए फिर डैडी तो पुछना पैंदा डैडी की नां सी यार, तां की उम्मीद रखदा मैं कि मेरे तो बाद ਜਾਂ ਤੁਹਾਡੇ ਤੋਂ ਬਾਅਦ ਕੋਈ ਹੋਏਗਾ ਤਾਂ ਤੁਹਾਨੂੰ ਯਾਦ ਰੱਖੇਗਾ, ਹੂ ਕੇਅਰਸ, ਅਸੀਂ ਕਿੰਨਾ ਕੁ ਯਾਦ ਕਰਦੇ। ਬਸ ਇੰਨੀ ਕੁ ਬੇਨਤੀ ਹੈ ਜੀ। ਇਹ ਲਾਈਵ ਅੱਜ ਦਾ ਸਿਰਫ ਇਸ ਲਈ ਸੀਗਾ ਕਿਉਂਕਿ ਸਾਰੇ ਬਾਰ-ਬਾਰ ਕਹਿ ਰਹੇ ਸੀਗੇ ਕਿ ਤੁਸੀਂ ਲਵਪ੍ਰੀਤ ਦੇ ਮਸਲੇ ਤੇ ਆਪਣੀ ਟਿੱਪਣੀ ਕਰੋ, ਤਾਂ ਟਿੱਪਣੀ ਇਹੀ ਹੈ ਜੀ, ਹਾਲ ਦੀ ਘੜੀ ਬੇਅੰਤ ਕੌਰ ਹੈ ਜਿਹੜੀ ਉਹ ਸਵਾਲਾਂ ਦੇ ਘੇਰੇ 'ਚ, ਸਵਾਲਾਂ ਦੇ ਕਟਖੜੇ 'ਚ ਹੈ, ਕਿਉਂਕਿ ਇੱਕ ਵਿਅਕਤੀ, ਇੱਕ ਨੌਜਵਾਨ ਆਪਣੀ ਜਾਨ ਗਵਾ ਚੁੱਕਾ ਹੈ, ਇੱਕ ਪੂਰਾ ਪਰਿਵਾਰ ਹੈ ਜਿਹੜਾ ਉਹ ਹੰਝੂਆਂ ਦੀ ਦਲਦਲ ਵਿੱਚ ਹੈ, ਧੱਸਦੇ ਜਾ ਰਹੇ ਨੇ। ਤਾਂ ਸਿੰਪਥੀ ਪੂਰੀ ਪਰਿਵਾਰ ਨਾਲ ਹੈ। ਔਰ ਇਹ ਵੀ ਕਈ ਕਹਿ ਰਹੇ ਨੇ ਕਿ ਸ਼ੀ ਇਜ਼ ਰਾਈਟ ਨਾਓ ਇਨ ਲਿਵ ਰਿਲੇਸ਼ਨ, ਉਹ ਕਿਸੇ ਨਾਲ ਲਿਵਿੰਗ ਰਿਲੇਸ਼ਨ ਵਿੱਚ ਹਨ,
ਔਰ ਮੈਂ ਫਿਰ ਤੋਂ ਉਹ ਚੀਜ਼ ਕਹਿਣਾ ਚਾਹੁੰਦਾ, ਜਿਹੜੇ ਇਹ ਕਹਿ ਰਹੇ ਨੇ ਕਿ ਉਹ ਜਸਟ ਫਰੈਂਡ ਹੈ, ਤਾਂ ਮੈਂ ਸਿਰਫ ਇਹੀ ਗੱਲ ਕਹਿਣੀ ਚਾਹੁੰਦਾ, ਚੀਜ਼ ਨੂੰ ਘੁਮਾ ਕੇ ਦੇਖ ਲਓ। ਜੇ ਲਵਪ੍ਰੀਤ ਉੱਥੇ ਕਿਸੇ ਕੁੜੀ ਦੇ ਮੋਢੇ ਤੇ ਹੱਥ ਰੱਖ ਕੇ ਖੜਾ ਹੁੰਦਾ ਔਰ ਕਹਿੰਦਾ ਜਸਟ ਫਰੈਂਡ ਹੈ, ਤਾਂ ਉਹਦੀ ਬਹੁਤ ਲਾਪਾ ਕਰਨੀ ਸੀ, ਸਾਰਿਆਂ ਨੇ ਬਹੁਤ ਟਰੋਲ ਕਰਨਾ ਸੀ। ਤਾਂ ਪਲੀਜ਼ ਉਹ ਜਹਾਨੋਂ ਜਾ ਚੁੱਕਾ ਹੈ, ਜੇ ਉਹਦੇ ਬਾਰੇ ਚੰਗੀ ਗੱਲ ਨਹੀਂ ਕਰ ਸਕਦੇ ਤਾਂ ਮੰਦੀ ਗੱਲ ਨਾ ਕਰੋ, ਇਹ ਬਰਦਾਸ਼ਤਯੋਗ ਨਹੀਂ ਹੈ, ਬਹੁਤ ਮੰਦਭਾਗੀ ਗੱਲ ਹੈ। ਉਹਨੂੰ ਹੁਣ ਚਿੱਟਾ ਪੀਣਾ ਜਾਂ ਉਹ ਕਹਿਣਾ ਐਂ ਕਰਕੇ ਜ਼ਲੀਲ ਨਾ ਕਰੋ। ਇਸ ਜ਼ਲਾਲਤ ਕਰਕੇ ਤਾਂ ਦੁਨੀਆ ਛੱਡ ਕੇ ਗਿਆ ਸੀ। ਇਹਨਾਂ ਗੱਲਾਂ ਤੋਂ, ਜਿਹੜੀਆਂ ਗੱਲਾਂ ਉਹਨੂੰ ਤੋਂ ਬਰਦਾਸ਼ਤ ਨਹੀਂ, ਇਸੇ ਕਰਕੇ ਤਾਂ ਉਹਨੇ ਸੁਸਾਈਡ ਕੀਤਾ। ਤਾਂ ਪਲੀਜ਼ ਬੇਨਤੀ ਹੈ, ਉਸ ਦੀ ਜਿਹੜੀ ਇਹ ਮੌਤ ਹੈ ਉਸਨੂੰ ਖਰਾਬ ਨਾ ਕਰੋ। ਮੈਂ ਫਿਰ ਤੋਂ ਕਹਿਣਾ, ਇਹ ਮੌਤ ਕੁਰਬਾਨੀ ਬਣਦੀ ਜਾ ਰਹੀ ਹੈ, ਕਿਉਂਕਿ ਹਜੂਮ ਬਹੁਤ ਇਕੱਠਾ ਹੋਇਆ। ਉਹਨਾਂ ਦੇ ਘਰ ਦੇ ਬਾਹਰ ਉੱਥੇ ਬਹੁਤ ਲੋਕ ਇਕੱਠੇ ਹੋਏ ਸੀ, ਮਨੀਸ਼ਾ ਗੁਲਾਟੀ ਜੀ ਨੂੰ ਮਿਲਣ ਆਏ ਸੀ, ਜਿਹੜੇ ਕਹਿੰਦੇ ਸੀ ਕਿ ਸਾਨੂੰ ਇਨਸਾਫ ਚਾਹੀਦਾ, ਔਰ ਇਨਸਾਫ ਮਿਲਣਾ ਵੀ ਚਾਹੀਦਾ। ਫਿਰ ਬੇਸ਼ੱਕ ਉਹ ਮੁੰਡੇ ਹੋਣ ਚਾਹੇ ਕੁੜੀਆਂ ਹੋਣ, ਜਿਨ੍ਹਾਂ ਨਾਲ ਕਈਆਂ ਨੇ ਸਰੀਰਕ ਸੰਬੰਧ ਬਣਾਉਣ ਲਈ ਨਜਾਇਜ਼, ਕਿਉਂਕਿ ਕਈ ਉੱਧਰੋਂ ਰਹੀਸ ਆਉਂਦੇ ਨੇ, ਇੱਧਰ ਛੋਟੀ ਛੋਟੀ ਉਮਰ ਦੀ ਕੁੜੀਆਂ ਨਾਲ ਸਰੀਰਕ ਸੰਬੰਧ ਬਣਾਉਂਦੇ ਨੇ, ਵਿਆਹ ਕਰਦੇ ਨੇ, ਉੱਧਰ ਜਾ ਕੇ ਫਾਈਲ ਨਹੀਂ ਲਾਉਂਦੇ, ਤੇ ਕਈ ਇੱਧਰੋਂ ਜਾਂਦੀਆਂ ਨੇ, ਉੱਤਰ ਦੀਆਂ ਚੂੜਾ ਖੋਲ ਦਿੰਦੀਆਂ ਨੇ, ਔਰ ਸੂਟ ਫਿਰ ਕੂੜਾ ਨਜ਼ਰ ਆਉਂਦਾ ਉਹਨਾਂ ਨੂੰ। ਤਾਂ ਇਹ ਚੀਜ਼ਾਂ ਵੀ ਮਾੜੀਆਂ ਨੇ। ਜਿਹੜਾ ਗਿਲਟੀ ਹੈ, ਜਿਹੜਾ ਝੂਠਾ ਹੈ, ਜਿਹੜਾ ਸੰਵਿਧਾਨ ਦੇ ਖਿਲਾਫ ਹੈ, ਜਿਹੜਾ ਇਨਸਾਨੀਅਤ ਦੇ ਖਿਲਾਫ ਹੈ, ਜਿਹੜਾ ਮਨੁੱਖੀ ਅਧਿਕਾਰਾਂ ਦੇ ਖਿਲਾਫ ਹੈ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਔਰ ਖਾਸ ਕਰਕੇ ਉਦੋਂ ਜਦ ਕੋਈ ਆਪਣੀ ਜਾਨ ਗਵਾ ਬੈਠੇ। ਤਾਂ ਫਿਰ ਵੀ ਇੱਕ ਬੇਨਤੀ ਇਹੀ ਹੈ ਕਿ ਜਦ ਤੁਹਾਨੂੰ ਲੱਗਦਾ ਹੈ ਕਿ ਆਪਣੇ ਏਰੀਏ 'ਚ ਕਿਸੇ ਨੇ ਇਹ ਚੀਜ਼ ਹੋ ਰਹੀ ਹੈ, ਇਹ ਸਾਨੂੰ ਕਹਿੰਦੇ ਆ ਕਿ ਦੂਜੇ ਤੇ ਇਲਜ਼ਾਮ ਲਾ ਦਿਓ, ਇਹ ਸਹੀ ਨਹੀਂ ਹੈ, ਇਹ ਕਦੀ ਵੀ ਸਹੀ ਨਹੀਂ। ਬੇਨਤੀ ਹੈ, ਔਰ ਬਣੇ ਰਹਿਣਾ ਜੀ ਵਿਭੂਤੀ ਨਵਾਂ ਸ਼ਹਿਰ ਨਾਲ, ਇਉਂ ਹੀ ਪਿਆਰ ਬਰਸਾਉਂਦੇ ਰਹੋ। ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ। ਰੱਬ ਤੁਹਾਨੂੰ ਮੰਦਰੁਸਤੀ ਦੇਵੇ, ਤੰਦਰੁਸਤੀ ਦੇਵੇ, ਚੜ੍ਹਦੀਆਂ ਕਲਾ 'ਚ ਰਹੋ, ਤੁਹਾਡੇ ਮਾਤਾ ਪਿਤਾ ਨੂੰ ਲੰਬੀ ਉਮਰ ਦੇਵੇ, ਤੁਹਾਡੇ ਬੱਚਿਆਂ ਨੂੰ ਜਿਹੜੀ ਮਨ ਸਮੱਤਿਆ ਦੇਵੇ, ਤੁਹਾਨੂੰ ਸਰੀਰਕ ਤੰਦਰੁਸਤੀ ਦੇਵੇ।